इंसानी रिश्ते अज किधर नू जा रहे हो, जेड़ा भुख भुख करदा मर गया, ओदी लाश ते मंग मंग खा रहे, ओदी लाश ते मंग मंग खा रहे। है मेरी दर्द कहानी, मैं नहीं हाँ समेदा हानी, जिंदगी दी उलझी है तानी, रोटी पैंदी मंग के खानी। मैनू केवल एक ही दुख है, दिन वेले क्यों लगदी भुख है, भुख ही दुख है, दुख ही भुख है। माई चली चली माई सुपने दी खोज दे, अपनी ही धुनी विच अपनी ही मौज दे। माई चली चली माई सुपने दी खोज दे, अपनी ही धुनी विच अपनी ही मौज दे। माई चली चली माई सुपने दी खोज दे, अपनी ही धुनी विच अपनी ही मौज। ਮੰਦਿਰ ਢਾਹ ਦੇ, ਮਸਜਿਦ ਢਾਹ ਦੇ ਜੋ ਕੁਝ ਢਹਿੰਦਾ, ਬੁੱਲੇ ਸ਼ਾਹ ਪਰ ਕਿਸੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਬਲਵਿੰਦਰ। ਅੱਜ ਕੁੱਲ ਆਲਮੀ ਆਨਲਾਈਨ ਰੰਗ ਮੰਚ ਦਾ ਜਿਹੜਾ ਫੈਸਟੀਵਲ ਹੈ, ਅਸੀਂ ਉਸ ਦੇ 11ਵੇਂ ਦਿਨ ਵਿੱਚ ਦਾਖਲ ਹੋ ਗਏ। ਜੀ ਹਾਂ, 11ਵਾਂ ਰੋਜ਼ ਹੈ ਸਾਨੂੰ। ਔਰ ਜਿਸ ਕਿਸਮ ਦਾ ਹੁੰਗਾਰਾ, ਜਿਸ ਕਿਸਮ ਦੀ ਜਿਹੜੀ ਹੱਲਾਸ਼ੇਰੀ ਤੁਸੀਂ ਨੇ ਸਾਨੂੰ ਦਿੱਤੀ ਹੈ, ਉਹ ਬਹੁਤ ਉਮੀਦਾਂ ਭਰੀ ਹੈ। ਔਰ ਕਿਉਂਕਿ ਲੋਕਡਾਊਨ ਦੇ ਦਿਨਾਂ ਵਿੱਚ ਇਹ ਚੀਜ਼ ਸ਼ੁਰੂ ਹੋਈ ਸੀ, ਤਾਲਾਬੰਦੀ ਦੇ ਵਿੱਚ ਇਹ ਸ਼ੁਰੂ ਹੋਈ ਸੀ। ਔਰ ਇਹ ਜਿਹੜਾ ਆਨਲਾਈਨ ਰੰਗ ਮੰਚ ਹੈ, ਵਰਚੁਅਲ ਮੰਚ ਹੈ, ਉਹ ਲੋਕਡਾਊਨ ਤੋਂ ਆਜ਼ਾਦੀ ਵੱਲ, ਇੱਕ ਖੁੱਲੀ ਫਿਜ਼ਾ ਵੱਲ ਆ ਗਿਆ। ਔਰ ਇਸ ਦਾ ਸਿਹਰਾ ਜਾਂਦਾ ਸਾਡੇ ਦਰਸ਼ਕਾਂ ਨੂੰ, ਸਾਡੇ ਇਹ ਵਰਚੁਅਲ ਮੰਚ ਦੇ ਸਰੋਤਿਆਂ ਨੂੰ, ਔਰ ਖਾਸ ਤੌਰ ਤੇ ਉਹਨਾਂ ਅਦਾਕਾਰਾਂ ਨੂੰ, ਉਹਨਾਂ ਰੰਗ ਕਰਮੀਆਂ ਨੂੰ ਜਿਨ੍ਹਾਂ ਨੇ ਇਹ ਰੱਜ ਕੇ ਮਿਹਨਤ ਕੀਤੀ, ਤੇ ਉਹਨਾਂ ਦੀ ਇਸ ਮਿਹਨਤ ਦੇ ਵਿੱਚ ਕਿਤੇ ਗੰਭੀਰਤਾ, ਕਿਤੇ ਸੀਰੀਅਸਨੈਸ ਨਜ਼ਰ ਆਈ। ਔਰ ਇਸ ਗੰਭੀਰਤਾ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸਾਡੇ ਜੂਨੀਅਰ ਆਰਟਿਸਟ ਨੇ, ਉਹ ਪੇਸ਼ਕਾਰੀਆਂ ਕਰਦੇ ਨੇ, ਆਪਣੀ ਚਰਚਾ ਕਰਦੇ ਨੇ, ਰੂਬਰੂ ਹੁੰਦੇ ਨੇ। ਔਰ ਜਿਹੜੇ ਸਾਡੇ ਸੀਨੀਅਰ ਆਰਟਿਸਟ ਨੇ, ਸੀਨੀਅਰ ਰੰਗਕਰਮੀ ਨੇ, ਨਾਟਕਕਾਰ ਨੇ, ਉਹ ਸਾਨੂੰ ਆਸ਼ੀਰਵਾਦ ਦੇ ਰੂਪ ਵਿੱਚ ਆਪਣੀਆਂ ਜਿਹੜੀਆਂ ਸਲਾਹਾਂ ਨੇ, ਆਪਣੇ ਮਸ਼ਵਰੇ ਨੇ, ਔਰ ਆਪਣੇ ਜਿਹੜੇ ਆਸ਼ੀਰਵਾਦ ਨੇ, ਉਹ ਸਾਨੂੰ ਦਿੰਦੇ ਨੇ। ਅੱਜ ਅਸੀਂ ਇਸ ਅੱਜ ਜਿਹੜੀ ਗੱਲਬਾਤ ਹੈ, ਉਸਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਸੁਨਹਿਰੀ ਬੋਲਾਂ ਤੋਂ। ਔਰ ਇਹ ਸੁਨਹਿਰੀ ਬੋਲ ਨੇ ਬਹੁਤ ਜ਼ਹੀਨ ਰੰਗਕਰਮੀ, ਬਹੁਤ ਕਮਾਲ ਦੇ ਜਿਹੜੇ ਅਦਾਕਾਰ ਨੇ, ਡਾਕਟਰ ਨਰਬਿੰਦਰਾ ਬਹਿਲ ਹੋਰਾਂ ਦਾ। ਸਤਿ ਸ਼੍ਰੀ ਅਕਾਲ। ਅੱਜ ਇਸ ਫੈਸਟੀਵਲ ਦਾ 11ਵਾਂ ਦਿਨ ਹੈ। ਬੋਹੀਮੀਅਨਸ ਦੇ ਵੀਰ ਰੰਗਮੰਚ ਦੀ ਇਹ ਕੋਸ਼ਿਸ਼ ਕਿੰਨੀ ਕਾਮਯਾਬ ਹੋਈ ਹੈ, ਇਸ ਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਪਿਛਲੇ 10 ਦਿਨਾਂ ਦੇ ਵਿੱਚ ਤੁਸੀਂ 10 ਐਮੀਨੈਂਟ ਥੀਏਟਰ ਪਰਸਨੈਲਿਟੀ ਦੇ ਰੂਬਰੂ ਹੋਏ, ਉਹਨਾਂ ਦੇ ਸੁਨਹਿਰੀ ਬੋਲ ਸੁਣੇ, 10 ਥੀਏਟਰ ਡਾਇਰੈਕਟਰਸ ਨਾਲ ਮੁਲਾਕਾਤਾਂ ਕੀਤੀਆਂ, ਉਹਨਾਂ ਦੀ ਪ੍ਰੋਫੈਸ਼ਨਲ ਤੇ ਜਾਤੀ ਜ਼ਿੰਦਗੀ ਬਾਰੇ ਜਾਣਕਾਰੀ ਮਿਲੀ, ਉਹਨਾਂ ਦੀਆਂ ਪੇਸ਼ਕਾਰੀਆਂ ਵੇਖੀਆਂ। ਇਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਗੱਲ ਹੈ। ਇਹਦੇ ਰਾਹੀਂ ਅਜੇ 10 ਦਿਨ ਅੱਗੇ ਹੋਰ ਨੇ, ਉਹਦੇ ਵਿੱਚ ਤੁਸੀਂ ਹੋਰ ਥੀਏਟਰ ਡਾਇਰੈਕਟਰਸ, ਹੋਰ ਅਦਾਕਾਰਾਂ, ਰੰਗਕਰਮੀਆਂ ਦੇ ਰੂਬਰੂ ਹੋਵੋਗੇ, ਹੋਰ ਐਮੀਨੈਂਟ ਥੀਏਟਰ ਪਰਸਨੈਲਿਟੀਜ਼ ਦੇ ਰੂਬਰੂ ਹੋਵੋਗੇ। ਇੱਕ ਤਰ੍ਹਾਂ ਦਾ ਮੇਲਾ ਹੈ। ਸਾਰੀ ਦੀ ਸਾਰੀ ਪੰਜਾਬੀ ਥੀਏਟਰ ਕਮਿਊਨਿਟੀ ਨੂੰ ਇੱਕ ਜਗ੍ਹਾ, ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਕੋਸ਼ਿਸ਼ ਹੈ। ਇਹ ਆਪਣੇ ਆਪ ਦੇ ਵਿੱਚ ਬਹੁਤ ਸਵਾਗਤਯੋਗ ਕਦਮ ਹੈ। ਮਹਾਮਾਰੀ ਦੇ ਇਸ ਮਾਹੌਲ ਦੇ ਵਿੱਚ ਉਮੀਦ ਦੀ ਕਿਰਨ ਜਾਗੀ ਹੈ। ਅਸੀਂ ਘਰ ਬੈਠੇ ਇੱਕ ਦੂਜੇ ਦੇ ਨਾਲ ਕਮਿਊਨੀਕੇਟ ਕਰ ਸਕਦੇ ਹਾਂ, ਇੱਕ ਦੂਜੇ ਦੇ ਕੰਮ ਨੂੰ ਵੇਖ ਸਕਦੇ ਹਾਂ। ਸਾਡੇ ਵਿੱਚੋਂ ਬਹੁਤ ਸਾਰਿਆਂ ਨੇ ਆਪਣੇ ਸਮਕਾਲੀ ਰੰਗ ਕਰਮੀਆਂ ਦਾ ਕੰਮ ਹੀ ਨਹੀਂ ਸੀ ਦੇਖਿਆ ਹੋਇਆ। ਉਹਨਾਂ ਵਿੱਚੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਦਾ ਕੰਮ ਦੇਖਣ ਦੀ ਇੱਛਾ
ਸਾਰਿਆਂ ਨੂੰ ਸੀ ਪਰ ਮੌਕਾ ਨਹੀਂ ਸੀ, ਤੇ ਇਸ ਵੇਲੇ ਘਰ ਬੈਠੇ ਅਸੀਂ ਉਹਨਾਂ ਦੇ ਕੰਮ ਦਾ ਦੀਦਾਰ ਕਰ ਸਕਦੇ ਹਾਂ। ਬਠਿੰਡੇ ਬੈਠੇ, ਅੰਮ੍ਰਿਤਸਰ ਬੈਠੇ, ਚੰਡੀਗੜ੍ਹ ਬੈਠੇ, ਇੱਥੋਂ ਤੱਕ ਕਿ ਪਾਕਿਸਤਾਨ ਬੈਠੇ। ਪਾਕਿਸਤਾਨ ਦਾ ਨਾਟਕ ਤੁਸੀਂ ਅੱਜ ਵੇਖੋਗੇ। ਇਹਨਾਂ ਜਗ੍ਹਾ ਤੇ ਬੈਠੇ, ਹੋਰ ਜਗ੍ਹਾ ਤੇ ਬੈਠੇ ਰੰਗ ਕਰਮੀਆਂ ਦੇ ਰੰਗ ਕਰਨ ਦਾ ਦੀਦਾਰ ਕਰ ਸਕਦੇ ਹਾਂ। ਤਾਂ ਹਿੰਦੁਸਤਾਨ ਦੇ ਬਾਕੀ ਕੋਨਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਬਨਾਰਸ ਦੇ ਵਿੱਚ ਇੱਕ 9 ਲਿੰਬਸ ਥੀਏਟਰ ਗਰੁੱਪ ਹੈ, ਉਹ ਪਿਛਲੇ 1.5 ਮਹੀਨੇ ਤੋਂ ਹਰ ਰੋਜ਼ ਕਦੇ ਫੋਕ ਥੀਏਟਰ ਦੀ ਪੇਸ਼ਕਾਰੀ, ਕਦੇ ਮਾਡਰਨ ਥੀਏਟਰ ਦੀ, ਕਦੇ ਡਾਂਸ ਪਰਫਾਰਮੈਂਸਿਸ, ਕਦੇ ਮਿਊਜ਼ਿਕ ਪਰਫਾਰਮੈਂਸਿਸ, ਹਰ ਰੋਜ਼ ਕੋਈ ਨਾ ਕੋਈ ਪੇਸ਼ਕਾਰੀ ਹੋ ਰਹੀ ਹੈ। ਤੇ ਇਹਦੇ ਰਾਹੀਂ ਉਹ ਵਰਚੁਅਲ ਥੀਏਟਰ ਦੇ ਇੱਕ ਰੂਪ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਨੇ। ਮੁੰਬਈ ਦੇ ਵਿੱਚ ਇੱਕ ਥੀਏਟਰ ਗਰੁੱਪ ਹੈ, ਕਹਾਣੀ ਸੁਣੋਗੇ। ਉਹਨਾਂ ਨੇ ਐਮੀਨੈਂਟ ਸਟੋਰੀ ਰਾਈਟਰਸ ਦੀਆਂ ਕਹਾਣੀਆਂ ਨੂੰ ਲੈ ਕੇ, ਉਹਨਾਂ ਦੀਆਂ ਸੀਨਸ, ਸੀਕੁਐਂਸਿਸ, ਛੋਟੇ ਪੀਸਿਸ, ਕੋਈ ਕੈਰੈਕਟਰ ਲੈ ਕੇ ਉਹਨਾਂ ਦੀ ਰੀਡਿੰਗ ਜਾਂ ਉਹਨਾਂ ਦੀ ਨੈਰੇਟਿਵ ਇਨੈਕਟਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤਰੀਕੇ ਨਾਲ ਅਸੀਂ ਸਾਰੇ ਵਰਚੁਅਲ ਥੀਏਟਰ ਦੀ ਉਸ ਫਾਰਮ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਫੈਸਟੀਵਲ ਵਿੱਚ ਵੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਕਿ ਕਦੇ ਥੀਏਟਰ ਡਿਜ਼ਾਈਨ ਕਰਸਪੋਂਡਿੰਗ ਟੂ ਦ ਫਰੇਮ ਆਫ ਸਮਾਲਰ ਸਕਰੀਨ, ਕਦੇ ਅਦਾਕਾਰੀ ਦੇ ਵਿੱਚ ਸਾਬ ਸਿੰਘ ਵਰਗੇ, ਸੋਮਪਾਲ ਹੀਰਾ ਵਰਗੇ, ਅਨੀਤਾ ਸ਼ਬਦੀਸ਼, ਗੁਰਿੰਦਰ ਮਕਨਾ, ਹਰਵਿੰਦਰ ਬਬਲੀ, ਇਹਨਾਂ ਸਾਰਿਆਂ ਦੀ ਉਮਦਾ ਅਦਾਕਾਰੀ ਰਾਹੀਂ ਤੁਸੀਂ ਇੱਕ ਦੇਖਿਆ ਕਿ ਉਹ ਫਾਰਮ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਨੂੰ ਉਮੀਦ ਹੈ, ਉਮੀਦ ਹੀ ਨਹੀਂ ਪੂਰਾ ਭਰੋਸਾ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਕਰਕੇ ਅਸੀਂ ਕਿਤੇ ਨਾ ਕਿਤੇ ਆਪਣੀ ਮੰਜ਼ਿਲ ਨੂੰ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਕੋਸ਼ਿਸ਼ ਲਈ ਮੈਂ ਗੁਰਿੰਦਰ ਨੂੰ ਤੇ ਬੋਹੀਮੀਅਨ ਥੀਏਟਰ ਨੂੰ ਬਹੁਤ ਮੁਬਾਰਕਬਾਦ ਦਿੰਦੀ ਹਾਂ ਤੇ ਆਪਣੀਆਂ ਸਾਰੀਆਂ ਸ਼ੁਭ ਕਾਮਨਾਵਾਂ ਦਿੰਦੀ ਹਾਂ ਕਿ ਉਹ ਹੋਰ ਅੱਗੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ ਤੇ ਨਵੇਂ ਦਿਸ਼ਿਆਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। ਅੱਜ ਦੀ ਜਿਹੜੀ ਪੇਸ਼ਕਾਰੀ ਹੈ ਉਹ ਪਾਕਿਸਤਾਨ ਤੋਂ ਥੀਏਟਰ ਡਾਇਰੈਕਟਰ ਨੇ ਕੈਸਰ, ਉਹ ਪੇਸ਼ ਕਰ ਰਹੇ ਨੇ ਪੇਸ਼ਾਵਰ ਐਕਸਪ੍ਰੈਸ। ਕੈਸਰ ਪਾਕਿਸਤਾਨ ਦੇ ਉਮਦਾ ਅਦਾਕਾਰਾਂ ਵਿੱਚੋਂ ਗਿਣੇ ਜਾਂਦੇ ਨੇ। ਜੀਓ ਟੈਲੀਵਿਜ਼ਨ ਦੇ ਅਦਾਕਾਰ ਨੇ, ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਦੇ ਨਾਲ ਅਦਾਕਾਰੀ ਦਾ ਕੰਮ ਕਰਦੇ ਰਹੇ ਨੇ, ਅਜੋਕਾ ਥੀਏਟਰ ਨਾਲ 2011 ਤੋਂ ਜੁੜੇ ਰਹੇ ਨੇ ਤੇ ਅਤਰੰਗੀ ਥੀਏਟਰ ਦੇ ਫਾਊਂਡਿੰਗ ਡਾਇਰੈਕਟਰ ਵੀ ਨੇ। ਉਹਨਾਂ ਦਾ ਐਕਸਪੋਜ਼ਰ ਇੱਥੋਂ ਤੱਕ ਹੈ ਕਿ ਅਮਰੀਕਾ ਦੇ ਵਿੱਚ ਉਹਨਾਂ ਨੇ ਥੀਏਟਰ ਦੀਆਂ ਵਰਕਸ਼ਾਪਸ ਅਟੈਂਡ ਕੀਤੀਆਂ ਹੋਈਆਂ ਨੇ। ਸੋ ਬਹੁਤ ਸਾਨੂੰ ਖੂਬਸੂਰਤ ਪੇਸ਼ਕਾਰੀ ਜਿਹੜੀ ਹੈ, ਇੱਕ ਵਧੀਆ ਪੇਸ਼ਕਾਰੀ ਦੇਖਣ ਨੂੰ ਮਿਲੇਗੀ। ਪੇਸ਼ਾਵਰ ਐਕਸਪ੍ਰੈਸ ਜਿਹਦਾ ਸਬਜੈਕਟ ਪਾਰਟੀਸ਼ਨ ਤੇ ਆਧਾਰਿਤ ਹੈ। ਪੇਸ਼ਾਵਰ ਤੋਂ ਇੱਕ ਗੱਡੀ ਚੱਲਦੀ ਹੈ ਜਿਹਦੇ ਵਿੱਚ ਹਿੰਦੁਸਤਾਨ ਜਾਣ ਵਾਲੇ ਰਿਫਿਊਜੀਆਂ ਨਾਲ ਜਿਹੜੀ ਗੱਡੀ ਭਰੀ ਹੋਈ ਹੈ, ਉਹਨਾਂ ਦੀ ਤਕਲੀਫ, ਉਹਨਾਂ ਦਾ ਦਰਦ, ਉਹਨਾਂ ਦੀ ਮਾਰਮਿਕਤਾ ਤੁਸੀਂ ਇਸ ਨਾਟਕ ਦੇ ਵਿੱਚ ਵੇਖੋਗੇ। ਤੇ ਇਹਦੇ ਨਾਲ ਹੀ ਕੈਸਰ ਦੇ ਨਾਲ ਰੂਬਰੂ ਵੀ ਹੋਵੋਗੇ। ਰੂਬਰੂ ਤੇ ਪੇਸ਼ਕਾਰੀ ਹਾਜ਼ਰ ਹੈ ਤੁਹਾਡੇ ਲਈ ਨਾਟਕ। ਸਤਿ ਸ਼੍ਰੀ ਅਕਾਲ। ਥੈਂਕਸ ਲੋਟ, ਸ਼ੁਕਰੀਆ ਨਰਵਿੰਦਰ ਬਹਿਲ ਹੋਰਾਂ ਨੇ ਸਾਨੂੰ ਸੁਨਹਿਰੀ ਬੋਲ ਦੇ ਵਿੱਚ ਜਿਹੜੀ ਦੁਆ ਦਿੱਤੀ ਹੈ ਔਰ ਉਹ ਦੁਆ ਦੂਰ ਤੱਕ ਜਾਏਗੀ। ਜਦੋਂ ਅਸੀਂ ਇਹ ਰੰਗਮੰਚ ਸ਼ੁਰੂ ਕੀਤਾ ਸੀ ਤਾਂ 1 ਹਫ਼ਤੇ ਦਾ ਜਿਹੜਾ ਪਲਾਨ ਸੀਗਾ, ਮਨਸੂਬਾ ਸਾਡਾ 7 ਦਿਨਾਂ ਦਾ ਸੀ, ਫਿਰ ਇਹ 15 ਦਿਨ ਦਾ ਹੋ ਗਿਆ। ਹੁਣ ਇਹ ਹੌਲੀ ਹੌਲੀ ਜਿਵੇਂ ਜਿਵੇਂ ਸਾਡੇ ਰੰਗ ਕਰਮੀਆਂ ਨੇ ਹੱਲਾਸ਼ੇਰੀ ਦਿੱਤੀ, ਹੁਣ ਇਹ 21 ਦਿਨ ਤੱਕ ਅਸੀਂ ਲੈ ਕੇ ਆਏ ਹਾਂ। ਔਰ ਹਾਂ, ਇਸ 21 ਦਿਨਾਂ ਦੇ ਵਿੱਚ ਪੂਰੇ ਪੰਜਾਬ ਤੋਂ, ਪੂਰੇ ਹਿੰਦੁਸਤਾਨ ਤੋਂ, ਔਰ ਸਿਰਫ ਇੱਧਰਲੇ ਹਿੰਦੁਸਤਾਨ ਤੋਂ ਨਹੀਂ, ਇੱਧਰਲੇ ਪੰਜਾਬ ਤੋਂ ਨਹੀਂ, ਪਰਲੇ ਪੰਜਾਬ ਦੇ ਉੱਤੋਂ ਵੀ, ਲਹਿੰਦੇ ਪੰਜਾਬ ਤੋਂ ਵੀ, ਔਰ ਕੌਮਾਂਤਰੀ ਪੱਧਰ ਤੇ, ਕੁੱਲ ਆਲਮੀ ਪੱਧਰ ਦੇ ਉੱਤੇ ਜਿਹੜੀ ਅਸੀਂ, ਕਿਉਂਕਿ ਸਾਡਾ ਇਹ ਸਿਰਲੇਖ, ਇਹਦਾ ਟਾਈਟਲ ਹੈ ਕਿ ਇੰਟਰਨੈਸ਼ਨਲ ਆਨਲਾਈਨ ਥੀਏਟਰ ਹੈ ਜਿਹੜਾ ਪੰਜਾਬੀ ਦਾ ਥੀਏਟਰ, ਅਸੀਂ ਉਸਨੂੰ ਇਹ ਅੱਜ 11ਵੇਂ ਦਿਨ ਦੇ ਵਿੱਚ ਅਸੀਂ ਦਾਖਲਾ ਲੈ ਲਿਆ। ਔਰ ਅੱਜ ਦਾ ਜਿਹੜਾ ਫਾਰਮੈਟ, ਅੱਜ ਦੀ ਜਿਹੜੀ ਤਰਤੀਬ ਹੈ, ਮੈਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਜਿਨ੍ਹਾਂ ਨੇ ਹੁਣੇ ਹੁਣੇ ਸੋਸ਼ਲ ਮੀਡੀਆ ਤੇ
ਸਾਨੂੰ ਦੇਖ ਰਹੇ ਨੇ, ਹੁਣੇ ਸ਼ੁਰੂਆਤ ਕੀਤੀ, ਆਗਾਜ਼ ਕੀਤਾ, ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਸੁਨਹਿਰੀ ਬੋਲਾਂ ਤੋਂ ਬਾਅਦ ਅਸੀਂ ਜਿਸ ਤਰਤੀਬ ਦੇ ਵਿੱਚ ਦੂਸਰੇ ਉਹਦੇ 'ਚ ਦਾਖਲ ਹੁੰਦੇ ਹਾਂ, ਦੂਸਰੇ ਖੇਮੇ 'ਚ ਦਾਖਲ ਹੁੰਦੇ ਹਾਂ, ਤਾਂ ਉਹਦੇ ਵਿੱਚ ਅਸੀਂ ਰੂਬਰੂ ਹੁੰਦੇ ਹਾਂ ਇੱਕ ਐਸੇ ਫਨਕਾਰ ਦੇ, ਐਸੇ ਅਦਾਕਾਰ ਦੇ, ਜਿਨ੍ਹਾਂ ਨੇ ਪੇਸ਼ਕਾਰੀ ਦੇਣੀ ਹੁੰਦੀ ਹੈ, ਔਰ ਰੂਬਰੂ ਤੋਂ ਬਾਅਦ ਜਿਹੜਾ ਉਹਨਾਂ ਦੀ ਕੋਈ ਪੇਸ਼ਕਾਰੀ, ਉਹਨਾਂ ਦੀ ਪ੍ਰੈਜੈਂਟੇਸ਼ਨ ਹੁੰਦੀ ਆ, ਅਸੀਂ ਉਸਨੂੰ ਪੇਸ਼ੇ ਨਜ਼ਰ ਦੇ ਵਿੱਚ ਰੱਖਦੇ ਹਾਂ, ਔਰ ਉਸ ਤੋਂ ਬਾਅਦ ਜਿਹੜੀ ਪੇਸ਼ਕਾਰੀ ਆ ਔਰ ਸਾਡੀਆਂ ਗੱਲਾਂ ਬਾਤਾਂ ਨੇ, ਉਸ ਤੋਂ ਬਾਅਦ ਉਹ ਸਾਰਾ ਮਿਲਾ ਕੇ ਤੇ ਆਨਲਾਈਨ ਫੇਸਬੁੱਕ ਜਾਂ ਜਿਹੜਾ ਵੀ ਸਾਡਾ ਮੀਡੀਆ ਹੈਗਾ, ਉਹਦੇ ਤੋਂ ਜਿਹੜੇ ਸਾਡੇ ਦਰਸ਼ਕ ਨੇ ਸਾਨੂੰ ਸਵਾਲ ਕਰਦੇ ਆ, ਸਾਨੂੰ ਕੁਐਸਚਨ ਕਰਦੇ ਆ, ਅਸੀਂ ਉਹਨਾਂ ਨੂੰ ਉਸ ਮਹਿਮਾਨ ਤੋਂ, ਔਰ ਅਸੀਂ ਆਪਸ ਦੇ ਵਿੱਚ ਚਰਚਾ ਦੇ ਵਿੱਚ ਉਹ ਸਵਾਲ ਲੈਂਦੇ ਹਾਂ, ਲਾਈਵ ਦੇ ਵਿੱਚ ਸਵਾਲ ਲੈਂਦੇ ਹਾਂ। ਉਸ ਤੋਂ ਬਾਅਦ ਸਾਡਾ ਇਹ ਸਮਾਪਨ ਹੁੰਦਾ ਹੈ, ਔਰ ਤੁਹਾਡਾ ਇੱਕ ਮੰਚ ਗੀਤ ਦੇ ਨਾਲ ਅਸੀਂ ਇਸ ਨੂੰ ਮੁਕੰਮਲ ਕਰਦੇ ਹਾਂ। ਹੁਣ ਅਸੀਂ ਦੂਸਰੇ ਫਾਰਮੈਟ ਦੇ ਵਿੱਚ ਜਾ ਰਹੇ ਹਾਂ, ਜਿਸ ਦੇ ਵਿੱਚ ਅਸੀਂ ਅੱਜ ਦੇ ਮਹਿਮਾਨ ਨਾਲ ਰੂਬਰੂ ਹੋਵਾਂਗੇ। ਰਾਤੀ ਜਾਗਣ ਕਰਨ ਇਬਾਦਤ, ਰਾਤੀ ਜਾਗਣ ਕੁੱਤੇ ਤੈਥੋਂ ਉੱਤੇ। ਜੀ ਹਾਂ, ਬੁੱਲੇ ਸ਼ਾਹ ਦੀ ਇਹ ਨਜ਼ਮ ਬਹੁਤ ਫੇਮਸ ਆ, ਬਹੁਤ ਖੂਬਸੂਰਤ ਆ, ਔਰ ਖਾਸ ਤੌਰ ਤੇ ਜਿਹੜੇ ਜਿਨ੍ਹਾਂ ਨੂੰ ਕਿ ਲੋਕ ਸਮਝਦੇ ਨੇ ਕਿ ਇਹ ਨਠੱਲੀਆਂ ਚੀਜ਼ਾਂ ਨੇ, ਨਠੱਲੇ ਜੀਵ ਨੇ, ਪਰ ਉਹ ਜਿਸ ਕਿਸਮ ਦੀ, ਜਿਸ ਦਿਆਨਤਦਾਰੀ ਨਾਲ ਕੰਮ ਕਰਦੇ ਆ, ਔਰ ਜਿਸ ਇਮਾਨਦਾਰੀ ਨਾਲ, ਮੁਹੱਬਤ, ਖਲੂਸ ਨਾਲ ਜਿਹੜੇ ਕੰਮ ਕਰਦੇ ਆ, ਤੇ ਬੁੱਲੇ ਸ਼ਾਹ ਹੋਰਾਂ ਨੇ ਇੱਕ ਇੰਡੀਕੇਸ਼ਨ ਦਿੱਤਾ ਸੀ, ਇਸ਼ਾਰਾ ਕੀਤਾ ਸੀਗਾ ਕਿ ਤੁਸੀਂ ਆਪਣਾ ਵਕਤ ਬਿਹਾਜ ਲਓ, ਆਪਣਾ ਟਾਈਮ ਦੇਖ ਲਓ, ਔਰ ਉਸ ਟਾਈਮ ਨੂੰ ਲੈ ਕੇ ਮੈਂ ਬੁੱਲੇ ਸ਼ਾਹ ਦਾ ਜ਼ਿਕਰ 2 ਵਾਰ ਕਰ ਚੁੱਕਾ ਅੱਜ, ਕਿਉਂਕਿ ਸ਼ੁਰੂਆਤ ਮੈਂ ਉਹਨਾਂ ਦੇ ਇੱਕ ਕਲਾਮ ਤੋਂ ਕੀਤੀ ਸੀ। ਉਹ ਇਸ ਲਈ ਕੀਤੀ ਆ ਕਿ ਜਿਸ ਅਦਾਕਾਰ ਨਾਲ, ਜਿਸ ਥੀਏਟਰਿਸਟ ਨਾਲ ਮੈਂ ਤੁਹਾਨੂੰ ਰੂਬਰੂ ਕਰਾਉਣ ਜਾ ਰਿਹਾ, ਉਹ ਬੁੱਲੇ ਸ਼ਾਹ ਹੋਰਾਂ ਨਾਲ, ਉਹਨਾਂ ਦੇ ਉੱਤੇ ਪੇਸ਼ਕਾਰੀਆਂ ਨਾਲ, ਉਹਨਾਂ ਦੇ ਨਾਟਕਾਂ ਨਾਲ, ਉਹਨਾਂ ਦੇ ਉੱਤੇ ਅਡੋਪਟ ਕੀਤੀਆਂ ਕ੍ਰਿਤਾਂ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ, ਔਰ ਉਹ ਬਹੁਤ ਯੰਗ ਨੇ, ਔਰ ਲਹਿੰਦੇ ਪੰਜਾਬ ਤੋਂ ਨੇ, ਪਰਲੇ ਪੰਜਾਬ ਤੋਂ। ਸਾਡੇ ਅੱਜ ਦੇ ਜਿਹੜੇ ਖਾਸ ਮਹਿਮਾਨ ਨੇ, ਮਹਿਮਾਨੇ ਖਸੂਸੀ ਮਿਸਟਰ ਕੈਸਰ ਖਾਨ, ਵੈਲਕਮ ਜੀ, ਜੀ ਆਇਆਂ ਨੂੰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਨਮਸਤੇ, ਆਦਾਬ, ਅਸਲਾਮ ਵਾਲੇਕੁਮ, ਥੈਂਕ ਯੂ ਸੋ ਮਚ। ਕੈਸਰ, ਲਾਹੌਰ ਤੋਂ ਆਏ ਹੋ ਤੁਸੀਂ, ਲਾਹੌਰ ਦੇ ਜੰਮੇ ਹੋ। ਲਾਹੌਰ ਬਾਰੇ ਸਾਨੂੰ ਤੇ ਬਾਰ-ਬਾਰ ਜਤਾਇਆ ਜਾਂਦਾ ਹੈ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਅਸੀਂ ਪਤਾ ਨਹੀਂ ਕਦੋਂ ਲਾਹੌਰ ਵੇਖਾਂਗੇ ਤੇ ਕਦੋਂ ਜੰਮਿਆਂ 'ਚ ਹੋਵਾਂਗੇ। ਪਹਿਲਾਂ ਤੇ ਸਲਾਮ ਹੈ ਤੁਹਾਡੀ ਸਰਜ਼ਮੀਨ ਨੂੰ, ਸਾਡੀ ਸਾਂਝੀ ਪੁਰਾਣੇ ਤਵਾਰੀਖ ਦੇ ਵਿੱਚ ਜਿਹੜੀ ਸਰਜ਼ਮੀਨ ਹੈ, ਜਿਹੜੀ ਹਾਂ ਇਸ ਲਈ ਲਾਹੌਰ ਨੂੰ ਸਲਾਮ, ਤੁਹਾਨੂੰ ਸਲਾਮ। ਲਾਹੌਰ ਵੱਲੋਂ ਤੁਹਾਨੂੰ ਵਾਲੇਕੁਮ ਅਸਲਾਮ, ਤੇ ਚੜ੍ਹਦੇ ਪੰਜਾਬ ਨੂੰ ਵੀ ਲਾਹੌਰ ਵੱਲੋਂ, ਲਹਿੰਦੇ ਪੰਜਾਬ ਵੱਲੋਂ ਵਾਲੇਕੁਮ ਅਸਲਾਮ। ਬਹੁਤ ਵਧੀਆ ਲੱਗਾ ਜੀ। ਹਾਂ, ਤੁਸੀਂ ਸ਼ੁਰੂਆਤ ਜਿਹੜੀ ਹੈ ਬਾਬਾ ਬੁੱਲੇ ਸ਼ਾਹ ਦੇ ਕਲਾਮ ਦੇ ਨਾਲ ਕੀਤੀ, ਤੇ ਬਹੁਤ ਵਧੀਆ ਲੱਗਾ। ਕੈਸਰ, ਕਿਆ ਜਿੰਨਾ ਸਾਨੂੰ ਦੱਸਿਆ ਜਾਂਦਾ ਸਾਡੀਆਂ ਬਾਤਾਂ 'ਚ, ਸਾਡੀਆਂ ਕਹਾਣੀਆਂ 'ਚ, ਸਾਡੀਆਂ ਜਿਹੜੀਆਂ ਲੈਜੈਂਡਰੀ, ਜਿਹੜੀਆਂ ਪੁਰਾਣੀਆਂ, ਜਿਹੜੀਆਂ ਪੁਰਾਣੀਆਂ ਸਾਡੀਆਂ ਕਹਾਵਤਾਂ ਨੇ, ਅਖਾਣਾਂ ਨੇ, ਕਿੱਸਾ ਗੋਈ ਆ, ਕਿੱਸੇ ਨੇ, ਸਾਨੂੰ ਬਾਰ-ਬਾਰ ਲਾਹੌਰ, ਲਾਹੌਰ ਬਹੁਤ ਸੋਹਣਾ, ਲਾਹੌਰ, ਲਾਹੌਰ ਦੇ ਬਾਜ਼ਾਰ, ਲਾਹੌਰ ਦਾ ਅਨਾਰਕਲੀ ਬਾਜ਼ਾਰ, ਲਾਹੌਰ ਦਾ ਬੁੱਲੇ ਸ਼ਾਹ ਹੋਰਾਂ ਦਾ, ਸ਼ਾਹ ਇਨਾਇਤ ਹੋਰਾਂ ਦਾ ਜਿਹੜਾ ਬਾਗ ਹੈ, ਜਿਹੜੀ ਉਹਨਾਂ ਦੇ ਖਾਣੇ ਦੀ ਜਿਹੜੀ ਸਟਰੀਟ ਆ, ਫੂਡ ਸਟਰੀਟ, ਤੇ ਸਾਰਾ ਲਾਹੌਰੀ, ਦਿੱਲੀ ਦਰਵਾਜ਼ਾ, ਤੇ ਹੋਰ ਸਾਰੇ। ਕਿਆ ਸੱਚਮੁੱਚ ਲਾਹੌਰ ਇੰਨਾ ਸੋਹਣਾ ਜਿੰਨਾ ਸਾਨੂੰ ਦੱਸਿਆ ਜਾਂਦਾ ਇੱਧਰ? ਐਜ਼ ਐਨ ਐਕਟਰ, ਐਜ਼ ਐਨ ਥੀਏਟਰ ਐਕਟਰ ਸਪੈਸ਼ਲੀ, ਅਗਰ ਮੈਂ ਲਾਹੌਰ ਨੂੰ ਵੇਖਾਂ ਤੇ ਲਾਹੌਰ ਇੱਕ ਖੂਬਸੂਰਤ ਜਿਹਾ ਮੰਚ ਹੈ, ਹਾਂ, ਜਿਹਦੇ ਤੇ ਮੁਖਤਲਿਫ ਕਿਸਮ ਦੇ ਅਦਾਕਾਰਾਂ ਨੇ ਆਪਣਾ ਇੱਕ ਥੀਏਟਰ ਸਜਾਇਆ ਹੋਇਆ ਹੈ। ਇੱਕ ਮੰਚ ਦੇ ਉੱਤੇ ਆਪਣਾ ਇੱਕ ਥੀਏਟਰ ਸਜਾਇਆ ਹੋਇਆ ਹੈ, ਜਿੱਥੇ ਸੂਫੀਆਂ ਦੀ, ਜਿਹਨੂੰ ਜ਼ਮੀਨ ਕਿਹਾ ਜਾਂਦਾ ਹੈ, ਹਾਂ, ਬੇਸਿਕਲੀ ਲਾਹੌਰ ਜਿਹੜਾ ਹੈ ਉਹਨੂੰ ਸੂਫੀਆਂ ਦੀ ਸਰਜ਼ਮੀਨ ਕਿਹਾ ਜਾਂਦਾ ਹੈ, ਜਿੱਥੇ ਬਾਬਾ ਬੁੱਲੇ ਸ਼ਾਹ ਤੇ ਨੇ, ਦਾਤਾ ਸਾਹਿਬ ਹਰੀ ਨੇ, ਸ਼ਾਹ ਨਾਇਕ ਕਾਦਰੀ ਨੇ, ਉਹਨਾਂ ਦੇ ਇਹੋ ਜਿਹੀਆਂ ਮਸ਼ਹੂਰ ਹਸਤੀਆਂ ਇੱਥੇ ਆਬਾਦ ਨੇ, ਹੁਣ ਤੱਕ ਆਬਾਦ ਨੇ। ਉਹਨਾਂ ਦੇ ਫੈਜ਼ ਨਾਲ ਹੀ ਲਾਹੌਰ ਜਿਹੜਾ ਇੱਥੇ ਇੰਨਾ ਮਸ਼ਹੂਰ ਹੈ। ਇੱਥੋਂ ਦੇ ਖਾਣੇ ਦੀ ਤੁਸੀਂ ਗੱਲ ਕੀਤੀ ਹੈ, ਮੈਂ ਤਕਰੀਬਨ ਬਹੁਤ ਜਗ੍ਹਾ ਤੇ ਥੀਏਟਰ ਦੇ ਹਵਾਲੇ ਨਾਲ ਸਫ਼ਰ ਕੀਤਾ ਹੈ। ਮੈਂ ਐਜ਼ ਐਨ ਐਕਟਰ, ਐਜ਼ ਐਨ ਲਾਹੌਰੀ, ਮੈਂ ਕਹਿੰਦਾ ਕਿ ਲਾਹੌਰ ਵਰਗਾ ਖਾਣਾ ਮੈਂ ਕਿਧਰੇ ਨਹੀਂ ਖਾਧਾ। ਲਾਹੌਰ ਵਰਗਾ ਖਾਣਾ ਮੈਂ ਕਿਧਰੇ ਨਹੀਂ ਖਾਧਾ। ਮੈਂ ਇੰਟਰਨੈਸ਼ਨਲ ਲੈਵਲ ਤੇ ਬਹੁਤ ਪਰਫਾਰਮ ਕਰ ਚੁੱਕਿਆ, ਲੇਕਿਨ ਲਾਹੌਰ ਵਰਗਾ ਖਾਣਾ, ਲਾਹੌਰ ਦੀ ਜਿਹੜੀ ਮਿੱਟੀ ਦੀ ਖੁਸ਼ਬੂ ਹੈ, ਉਹ ਅੱਜ ਤੱਕ ਕਿਧਰੇ ਵੀ ਨਹੀਂ ਸੁਣ ਸਕੇ। ਅੱਛਾ ਕੈਸਰ ਸਾਹਿਬ, ਸਾਡੇ ਇਹ ਕਿਹਾ ਜਾਂਦਾ ਹੈ ਕਿ
ਸਾਡੇ ਜਿਹੜੇ ਜੱਗੇ ਜਿਉਣੇ ਦੁੱਲੇ ਸਾਂਝੇ ਨੇ ਤੇ ਵਾਰਿਸ ਬਾਹੂ ਬੁੱਲੇ ਸਾਂਝੇ ਨੇ, ਔਰ ਸਾਡੇ ਜਿੰਨੀਆਂ ਵੀ ਸਾਡੀਆਂ ਆਦਤਾਂ ਸਾਂਝੀਆਂ ਨੇ ਪੰਜਾਬੀਆਂ ਦੀਆਂ, ਸਾਡਾ ਰਹਿਣ ਸਹਿਣ ਪਹਿਰਾਵਾ ਬੜਾ ਕੁਝ ਸਾਂਝਾ, ਸਾਡੀਆਂ ਗਾਲਾਂ ਵੀ ਸਾਂਝੀਆਂ ਨੇ ਵੈਸੇ ਜ਼ੁਬਾਨ ਜ਼ੁਬਾਨ ਦੇ ਹਵਾਲੇ ਨਾਲ। ਔਰ ਜਿਹੜਾ ਆਨਲਾਈਨ ਇੱਕ ਮੰਚ ਮਿਲਿਆ, ਮਤਲਬ ਸਾਡੇ ਬਹੁਤ ਸਾਰੇ ਸਾਡੀਆਂ ਸਿਆਸੀ, ਮੈਂ ਉਹਨਾਂ 'ਚ ਨਹੀਂ ਪਵਾਂਗਾ, ਪਰ ਬਹੁਤ ਸਾਰੇ ਮਸਲੇ ਨੇ, ਅਸੀਂ ਸਾਰੇ ਇੱਕ ਦੂਸਰੇ ਨੂੰ ਉਵੇਂ ਖੁੱਲ੍ਹ ਕੇ ਨਹੀਂ ਮਿਲ ਸਕਦੇ, ਅਸੀਂ ਵੀਜ਼ੇ ਨਹੀਂ ਲਵਾ ਸਕਦੇ ਜਿਵੇਂ ਸਾਡਾ ਦਿਲ ਕਰਦਾ। ਸਾਡੀਆਂ ਜਿਹੜੀਆਂ 47 ਦੀ ਵੰਡ ਤੋਂ ਬਾਅਦ ਬੜਾ ਕੁਛ, ਮਤਲਬ ਇਹਨੂੰ ਆਪਾਂ ਨਾ ਛੇੜੀਏ। ਮਤਲਬ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਹੁਣ ਇਹ ਮੀਡੀਆ ਹੈਗਾ ਜਾਂ ਇਹ ਜ਼ੁਬਾਨ ਹੈ, ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਮੀਡੀਆ ਦੇ ਵਿੱਚ ਅਸੀਂ ਇਕੱਠੇ ਹੋ ਰਹੇ ਹਾਂ, ਔਰ ਇਹ ਮੰਚ ਪਹਿਲਾਂ ਨਹੀਂ ਸੀ ਕਦੇ ਮਿਲਿਆ ਜਿਹੜਾ ਹੁਣ ਮਿਲ ਰਿਹਾ ਸਾਨੂੰ। ਹੁਣ ਸਰਕਾਰਾਂ ਤੋਂ ਇਜਾਜ਼ਤਾਂ ਨਹੀਂ ਲੈਣੀਆਂ ਪੈ ਰਹੀਆਂ, ਅਸੀਂ ਤੁਹਾਡੇ ਨਾਲ ਸਿੱਧੀਆਂ ਗੱਲਾਂ ਕਰ ਰਹੇ ਹਾਂ। ਮੈਂ ਸਮਝਦਾ ਕਿ ਅਸੀਂ ਕਦੀ ਵੱਖ ਹੋਏ ਹੀ ਨਹੀਂ, ਕਿ ਸਾਨੂੰ ਦੁਬਾਰਾ ਮਿਲਣ ਦੀ ਜ਼ਰੂਰਤ ਹਾਏ ਜਾਨ ਕੱਢ ਲਈ ਹੈ ਬੇਈਮਾਨਾ। ਮੈਂ ਸਮਝਦਾ ਕਿ ਅਸੀਂ ਕਦੀ ਵੱਖ ਹੋਏ ਹੀ ਨਹੀਂ, ਕਿਉਂਕਿ ਸਾਡੇ ਦਿਲ ਜੁੜੇ ਹੋਏ ਨੇ, ਸਾਡੀ ਬੋਲੀ ਇੱਕੋ ਜਿਹੀ ਹੈ, ਸਾਡਾ ਆਲਮੋਸਟ ਕਲਚਰ ਜਾਂ ਥੀਏਟਰ, ਅਸੀਂ ਥੀਏਟਰ ਕਲਚਰ ਕਵਾਂਗੇ ਤੇ ਇੱਕੋ ਜਿਹਾ ਹੈ। ਮੈਂ ਕਾਫੀ ਪਲੇਸ ਵੇਖ ਚੁੱਕੇ ਹਾਂ ਪੰਜਾਬ ਦੇ, ਚੜ੍ਹਦੇ ਪੰਜਾਬ ਦੇ ਕਾਫੀ ਪਲੇਸ ਵੇਖੇ ਨੇ, ਉੱਥੇ ਵੀ ਉਹੀ ਜਿਹੜੇ ਮੌਜੂ ਨੇ ਉਹਨਾਂ ਨੂੰ ਹੀ ਹਾਈਲਾਈਟ ਕੀਤਾ ਜਾਂਦਾ ਹੈ, ਜਿਹੜੇ ਇੱਥੇ ਹਾਈਲਾਈਟ ਕੀਤੇ ਜਾਂਦੇ ਨੇ, ਉਸੇ ਬੋਲੀ 'ਚ ਉਹੀ ਭਾਸ਼ਾ ਹੈ, ਉਹੋ ਜਿਹੇ ਗਾਉਣ ਨੇ, ਉਹੋ ਜਿਹੇ ਹੀ ਐਕਟਰ ਨੇ, ਉਹੋ ਜਿਹੀ ਸਰਜ਼ਮੀਨ ਹੈ, ਇੱਕੋ ਹੀ ਆ, ਕਦੇ ਵੱਖ ਮਹਿਸੂਸ ਨਹੀਂ ਹੋਇਆ। ਪਰ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਲਾਹੌਰ ਨਹੀਂ ਦੇਖਣ ਦਿੱਤਾ ਜਾ ਰਿਹਾ, ਅਸੀਂ ਜੰਮਿਆਂ 'ਚ ਕਦੋਂ ਹੋਵਾਂਗੇ? ਮੈਨੂੰ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਸਾਡੇ ਬਹੁਤ ਇਹ ਉਦੋਂ ਹੀ ਪੋਸੀਬਲ ਹੋ ਸਕਦਾ ਹੈ ਕਿ ਜਦੋਂ ਸਾਡੇ ਵਰਗੇ, ਤੁਹਾਡੇ ਵਰਗੇ ਜਾਂ ਹੋਰ ਮੰਚ, ਰੰਗਮੰਚ ਨਾਲ ਜੁੜੇ ਹੋਏ ਥੀਏਟਰ ਐਕਟਰ ਜਾਂ ਕਲਾਕਾਰ, ਆਰਟਿਸਟ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲਾਂਗੇ, ਇਸ ਚੀਜ਼ ਨੂੰ ਵਧਾਵਾਂਗੇ। ਜਾਂ ਜਿਹੜੀ ਵਿੱਚ ਕੰਢੇ ਵਾਲੀ ਤਾਰ ਏ, ਇਹਦੇ ਕੰਢੇ ਲਾ ਦਿੱਤੇ ਜਾਣ। ਬਿਲਕੁਲ, ਕੰਢਿਆਂ ਵਾਲੀ ਤਾਰ 'ਚੋਂ ਕੰਢੇ ਲਾ ਦਿੱਤੇ ਜਾਣ। ਉਹ ਜਿਹੜੇ ਕੰਢੇ ਲਾਉਣ ਦੀ ਜਿਹੜੀ ਮੱਲਮ ਹੈ, ਉਹ ਸਾਡੀ ਕਲਾ, ਸਾਡਾ ਹੁਨਰ, ਸਾਡਾ ਸੰਗੀਤ, ਸਾਡਾ ਥੀਏਟਰ, ਸਾਡੀ ਗਾਇਕੀ, ਸਾਡੇ ਸੂਫੀ, ਇਹ ਸਾਰਿਆਂ ਨੇ ਕਰਨਾ। ਔਰ ਇੱਕ ਪਾਸੇ ਸਾਰੇ ਸਿਆਸਤਦਾਨ ਖੜੇ ਆ, ਔਰ ਇੱਕ ਪਾਸੇ ਫਨਕਾਰ, ਕਲਾਕਾਰ ਖੜੇ ਆ। ਸਿਆਸਤਦਾਨਾਂ ਦੀ ਅਸੀਂ ਗੱਲ ਹੀ ਨਹੀਂ ਨਾ ਕਰਦੇ, ਕਿਉਂਕਿ ਆਰਟ ਤੇ ਪੋਲਿਟਿਕਸ ਕਦੇ ਇਕੱਠੇ ਚੱਲ ਹੀ ਨਹੀਂ ਸਕਦੇ। ਚਲੋ ਆਪਾਂ ਅੱਜ ਕੈਸਰ ਸਾਹਿਬ, ਅੱਜ ਤੁਹਾਡੀ ਜਿਹੜੀ ਪੇਸ਼ੇ ਨਜ਼ਰ ਦੇ ਵਿੱਚ ਅੱਜ ਤੁਸੀਂ ਜਿਹੜੀ ਕੀਤੀ ਆ ਸਾਡੀ ਪੇਸ਼ਕਾਰੀ, ਅਸੀਂ ਉਹ ਦੇਖਣੀ ਆ। ਮੈਂ ਲੇਕਿਨ ਪੇਸ਼ਕਾਰੀ ਤੋਂ ਪਹਿਲਾਂ ਇੱਕ ਹਲਕਾ ਜਿਹਾ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ, ਯਾਦ ਦਿਵਾ ਦੇਵਾਂ ਕਿ ਕੁਦਰਤੀ ਰੂਪ 'ਚ ਕਿਤੇ ਭਾਸ਼ਾ ਜ਼ੁਬਾਨ ਦਾ ਜਿਹੜਾ ਕਮਿਊਨੀਕੇਸ਼ਨ ਰਹਿ ਗਿਆ ਬਾਈ ਚਾਂਸ, ਕਿ ਕੈਸਰ ਹੋਰਾਂ ਨੂੰ ਅਸੀਂ ਕਿਹਾ ਕਿ ਸਾਨੂੰ ਇੱਕ ਪੇਸ਼ਕਾਰੀ ਲਿਖ ਕੇ ਭੇਜਿਓ ਜਾਂ ਇੱਕ ਪੇਸ਼ਕਾਰੀ ਬਣਾ ਕੇ ਭੇਜੋ, ਤਾਂ ਕੈਸਰ ਹੋਰਾਂ ਨੇ ਇੱਕ ਜਿਹੜੀ ਪੇਸ਼ਕਾਰੀ, ਇੱਕ ਕਿੱਸਾ ਗੋਈ, ਇੱਕ ਕਹਾਣੀ ਨੂੰ ਉਹਨਾਂ ਨੇ ਡਰਾਮੈਟਿਕ ਅੰਦਾਜ਼ ਦੇ ਵਿੱਚ ਭੇਜਿਆ, ਲੇਕਿਨ ਉਹ ਉਹਨਾਂ ਨੇ ਉਰਦੂ ਦੇ ਵਿੱਚ ਭੇਜ ਦਿੱਤੀ। ਕਹਾਣੀ ਦੀ ਬੈਕਗਰਾਉਂਡ ਚਾਹੇ ਪੰਜਾਬੀ ਆ, ਪਰ ਉਹਨਾਂ ਨੇ ਉਰਦੂ 'ਚ ਭੇਜ ਦਿੱਤੀ। ਲੇਕਿਨ ਅਸੀਂ ਉਸ ਸਾਰੇ ਨੂੰ ਸਵੀਕਾਰ ਕਰਾਂਗੇ, ਹਾਜ਼ਰ ਨਾਜ਼ਰ ਜਾਣ ਕੇ ਜੋ ਤੁਸੀਂ ਦੇ ਰਹੇ ਹੋ ਸਾਨੂੰ ਪ੍ਰਵਾਨ ਹੈ। ਅਸੀਂ ਪੇਸ਼ੇ ਨਜ਼ਰ ਦੇ ਵਿੱਚ ਅੱਜ ਕੈਸਰ ਹੋਰਾਂ ਦੀ ਇਹ ਕਿੱਸਾ ਗੋਈ ਔਰ ਇਹ ਹਲਕੀ ਜੀ ਜਿਹੜੀ ਡਰਾਮੇ ਦਾ ਜਿਹੜਾ ਪੋਰਸ਼ਨ ਆ ਉਹ ਦੇਖਾਂਗੇ। ਲੇਕਿਨ ਇਹਦੀ ਜ਼ੁਬਾਨ ਉਰਦੂ ਆ, ਲੇਕਿਨ ਜ਼ੁਬਾਨ ਦਾ ਜਿਹੜਾ ਪਿੱਛੇ ਤੱਤ ਹੈ ਉਹ ਸਾਨੂੰ ਨਿਰਾ ਪੂਰਾ ਖਾਲਸ ਪੰਜਾਬ ਹੀ ਮਿਲੇਗਾ। जब मैं पेशावर से चली तो मैंने छकाछक इत्मीनान का सांस लिया। मेरे डब्बों में ज़्यादातर हिंदू लोग बैठे थे। ये लोग पेशावर से होते हुए मर्दान से, कोहाट से, चारसता, खैबर, लंडी कोतल,
पन्नू, नौशहरा और मानसहरा से आए थे और पाकिस्तान में अपनी जानो माल को महफूज ना पाकर हिंदुस्तान का रुख कर रहे थे। स्टेशन पर जबरदस्त पहरा था और फौज वाले बड़ी चौकसी से काम कर रहे थे। इन लोगों को जो पाकिस्तान में पनाह गजीन और हिंदुस्तान में शरणार्थी कहलाते थे, उस वक्त तक चैन का सांस ना आया जब तक मैंने पंजाब की रोमान खेज सरजमीन पर कदम न बढ़ाया। ये लोग शक्लो सूरत से बिल्कुल पठान मालूम होते थे। गोरे चिट्टे, मजबूत हाथ पांव, सर पर कुल्ला और जिस्म पर कमीज और शलवार। ये लोग पश्तो में बात करते थे और कभी कभी करख्त किस्म की पंजाबी में। इनकी हिफाजत के लिए हर डब्बे में 2 सिपाही बंदूकें लेकर खड़े थे। सिपाही अपनी पकड़ियों के अकब मोर के छतर की तरह खूबसूरत तुर्रे लगाए हुए थे। इन हिंदू पठानों और उनके बीवी बच्चों की तरफ मुस्कुरा मुस्कुरा कर देख रहे थे, जो एक तारीखी खौफ और शर के ज़ेरे असर उस सरजमीन से भागे जा रहे थे जहां वो हजारों साल से रहते आए थे, जिसकी संगलाख सरजमीन से उन्होंने तवानाई हासिल की थी, जिसके बर्फाब चश्मों से उन्होंने पानी पिया था। आज ये वतन यकलख्त बेगाना हो गया और उसने अपने मेहरबान सीने के कबाड़ उन पर बंद कर दिए थे और वो एक नए देश के तपते हुए सहरा का मंजर और तसव्वुर दिल में लिए बादल नफास तवा से रुखसत हुए। मगर इस सवार की मुसरत जरूर थी कि उनकी जानें बच गई थी। उनका बहुत समारो मता और उनकी बहुओं, बेटियों, माओं और बीवियों की आबरू महफूज थी, लेकिन उनका दिल रो रहा था और आंखें सरहद के पथरीले सीने पर यूं गड़ी हुई थीं, गोया उसे चीर कर अंदर घुस जाना चाहती और उसके शफकत भरे ममता के फवारे से पूछना चाहती हैं, बोल माँ, आज किस जुर्म की पादाश में तूने अपने बेटों को घर से निकाल दिया, अपनी बहुओं को उस खूबसूरत आंगन से महरूम कर दिया जहां वो कल तक सुहाग की रानियां बनी बैठी थी, अपनी अलबेली कवारियों को जो अंगूर के बेल की तरह तेरी छाती से लिपट रही थी झंझोड़ कर अलग कर दिया। किस लिए ये देश आज बदेश हो गया। मैं चलती जा रही थी और डब्बों में बैठी हुई मखलूक अपने वतन की सतह मुर्तफा, उसके बुलंद वाला चट्टानों, उसके मरगज़ारों, उसकी शादाब वादियों, कुंजों और बागों की तरफ यूं देख रही थी जैसे हर जाने पहचाने मंजर को अपने सीने में छुपा कर ले जाना चाहती। और मुझे ऐसा मालूम हुआ कि इस अजीम रंजो अलम के बारे में मेरे कदम भारी हो रहे थे और रेल की पटरी मुझे जवाब दिए जा रही है। हसन अब्दाल तक लोग यूं ही अफसरदा या सुनकबत की तस्वीर बने रहे। हसन अब्दाल के स्टेशन पर बहुत से सिख सवार हुए, पंजा साहब से लंबी लंबी किरपाने लिए, चेहरों पर हवाइयाँ उड़ी हुई, बाल बच्चे सहमे सहमे से। ऐसा मालूम होता था कि अपनी ही तलवार के घाव से ये लोग खुद ही मर जाएंगे। डब्बों में बैठकर उन लोगों ने इत्मीनान का सांस लिया और फिर दूसरे सरहद के हिंदू और सिख पठानों से गुफ्तगू शुरू हो गई। किसी का घर बार जल गया था, कोई सिर्फ एक कमीज और शलवार में निकला था, किसी के पाँव में जूती तक ना थी और कोई इतना होशियार था कि अपने घर की टूटी हुई चारपाई तक लेकर भागना न भूला। जिन लोगों का वाकई बहुत नुकसान हुआ था वो लोग गुमसुम बैठे थे, चुपचाप खामोश, और जिसके पास कभी कुछ भी ना था वो अपनी लाखों की जायदाद खोने का गम मना रहा था और दूसरों को अपनी फर्जी इमारत के किस्से सुना सुना कर मरूब कर रहा था और मुसलमानों को गालियां दे रहा था। सिपाही एक पुरवकार अंदाज में दरवाजों पर राइफलें थामे खड़े थे और कभी कभी एक दूसरे की तरफ कनखियों से
دیکھتے رہتے تھے۔ تکشیلا کے اسٹیشن پر مجھے کچھ لمبے عرصے تک کھڑا رہنا پڑا۔ نہ جانے کس کا انتظار تھا، شاید آس پاس کے گاؤں سے ہندو پناہ گزین آ رہے تھے۔ جب گارڈ نے اسٹیشن ماسٹر سے پوچھا تو اس نے کہا کہ یہ گاڑی آگے نہ جا سکے گی۔ 1 گھنٹہ اور گزر گیا۔ اب لوگوں نے اپنا سامان خرد و نوش نکالا اور کھانے لگے۔ سہمے سہمے بچے کہتے لگانے لگے اور معصوم کنواریاں دریچوں سے باہر جھانکنے لگی اور بڑے بوڑھے حقے گڑگڑانے لگے۔ تھوڑی دیر کے بعد دور سے شور سنائی دیا اور ڈھولوں کے پیٹنے کی آوازیں سنائی دینے لگی۔ ہندو پناہ گزینوں کا جتھا آ رہا تھا شاید۔ لوگوں نے سر نکال کر ادھر ادھر دیکھا، جتھا دور سے آ رہا تھا اور نعرے لگا رہا تھا۔ وقت گزرتا گیا، جتھا قریب آتا گیا۔ ڈھولوں کی آواز تیز ہوتی گئی۔ جتھے کے قریب آتے ہی گولیوں کی آواز کانوں میں پڑی اور لوگوں نے اپنے سر کھڑکیوں سے پیچھے ہٹا لیے۔ یہ ہندوؤں کا جتھا تھا جو آس پاس کے گاؤں سے آ رہا تھا۔ گاؤں کے مسلمان لوگ اسے اپنی حفاظت میں لا رہے تھے۔ چنانچہ ہر ایک مسلمان نے ایک کافر کی لاش اپنے کندھے پر اٹھا رکھی تھی، جس نے جان بچا کر گاؤں سے بھاگنے کی کوشش کی تھی۔ پوری 200 لاشیں، 200۔ مجمع نے یہ لاشیں نہایت اطمینان سے اسٹیشن پہنچ کر سپاہیوں کے سپرد کی اور کہا کہ وہ ان مہاجرین کو نہایت حفاظت سے ہندوستان کی سرحد پر لے جائیں۔ چنانچہ سپاہیوں نے نہایت خندہ پیشانی سے اس بات کا ذمہ لیا اور ڈبے میں 15-20 لاشیں رکھ لی۔ اس کے بعد مجمع نے ہوا میں فائر کیا اور گاڑی چلانے کے لیے اسٹیشن ماسٹر کو حکم دیا۔ گاڑی چلنے میں لگی تھی کہ مجھے پھر روک لیا گیا اور مجمع کے سرگنے نے ہندو پناہ گزینوں سے کہا، 200 آدمیوں کے چلے جانے سے ان کے گاؤں ویران ہو جائیں گے اور ان کی تجارت بند ہو جائے گی، اس لیے وہ گاڑی میں سے 200 آدمی اتار کر اپنے گاؤں لے جائیں، چاہے کچھ بھی۔ وہ اپنے ملک کو یوں برباد ہوتا ہوا نہیں دیکھ سکتے۔ اس بات پر سپاہیوں نے ان کے فہم و ذکا اور ان کی فراست تباہ کی داد دی اور ان کی وطن دوستی کو سراہا۔ چنانچہ اس پر سپاہیوں نے ہر ڈبے سے کچھ آدمی نکال کر مجمع کے حوالے کیے۔ پورے 200 آدمی نکالیں گے، ایک کم نہ ایک زیادہ۔ لائن لگاؤ کافرو، سرگنے نے کہا۔ سرگنا اپنے علاقے کا سب سے بڑا جاگیردار تھا۔ کافر پتھر کے بت بنے کھڑے ہیں۔ مجمع کے لوگوں نے انہیں اٹھا کر لائن میں کھڑا کیا۔ 200 آدمی یعنی کہ 200 زندہ لاشیں، آنکھیں فضا میں تیر تیروں کی بارش سی محسوس کرتی ہوئی۔ پہل سپاہیوں نے کی، 15 آدمی فائر سے گر گئے۔ یہ تکشیلا کا اسٹیشن تھا، 20 اور آدمی گر گئے۔ یہاں ایشیا کی سب سے بڑی یونیورسٹی تھی اور لاکھوں طالب علم اس تہذیب و تمدن کے گہوارے سے قصب فیض کرتے تھے۔ 50 اور مارے گئے۔ تکشیلا کے عجائب گھر میں اتنے خوبصورت تھے، اتنے حسین سنتراشی کے نادر نمونے، قدیم تہذیب کے جل ملاتے ہوئے چراغ۔ 50 اور مارے گئے۔ پس منظر میں سرکوب کا محل تھا اور کھیلوں کا تھیٹر اور میلوں تک پھیلے ہوئے ایک وسیع شہر کا کھنڈر۔ تکشیلا کے گزشتہ عظمت کے پرشک و مظہر 30 اور مارے گئے۔ یہاں کنشک نے حکومت کی تھی اور لوگوں کو امن و آتشی اور حسن و دولت سے مال کیا تھا۔ 25 اور مارے گئے صاحب۔ یہاں بدھ کا نغمہ عرفان گونجا تھا۔ یہاں بخشوؤں نے امن و صلح اور آتشی کا درس حیات دیا تھا۔
اب آخری گروہ یہ جلا گئی تھی۔ پہلی بار ہندوستان کی سرحد پر اسلام کا پرچم لہرایا تھا، مساوات اور اخوت اور انسانیت کا پرچم اسی سرزمین پر لہرایا گیا تھا۔ سب مر گئے، اللہ اکبر۔ فرش خون سے لال تھا۔ جب میں پلیٹ فارم سے گزری تو میرے پاؤں ریل کی پٹری سے پھسلے جاتے تھے، جیسے میں ابھی گر جاؤں گی اور گر کر باقی ماندہ مسافروں کو بھی ختم کر ڈالوں۔ ہر ڈبے میں موت آ گئی تھی اور لاشیں درمیان میں رکھ دی گئی تھی، اور زندہ لاشوں کا ہجوم چاروں طرف تھا، اور سپاہی مسکرا رہے تھے۔ کہیں کوئی بچہ رونے لگا، کسی بوڑھی ماں نے سسکی لی، کسی کے لٹے ہوئے سہاگ نے آہ کی، اور چیختی چلاتی راولپنڈی کے پلیٹ فارم پر آ کھڑی۔ یہاں سے کوئی پناہ گزین گاڑی میں سوار نہ ہوا۔ ایک ڈبے میں چند مسلمان نوجوان 15-20 برقع پوش خواتین کو لے کر سوار ہوئے۔ ہر نوجوان رائفل سے مسلح تھا۔ ایک ڈبے میں بہت سا سامان جنگ لاد دیا گیا، مشین گنیں، کارتوس، پسٹل اور رائفل۔ جہلم اور گوجرا کے درمیان علاقے میں مجھے سگنل کھینچ کر کھڑا کر دیا گیا۔ میں رک گئی۔ مسلح نوجوان گاڑی سے اترنے لگے۔ برقع پوش خواتین نے شور مچانا شروع کیا، ہم ہندو ہیں، ہم سکھ ہیں، ہمیں زبردستی لے کر جا رہے ہیں۔ انہوں نے برقعے پھاڑ ڈالے اور چلانا شروع کیا۔ نوجوان مسلمان ہنستے ہوئے انہیں گھسیٹ کر گاڑی سے نکال لائے۔ ہاں، یہ ہندو عورتیں ہیں، ہم انہیں راولپنڈی سے ان کی آرام دہ گھروں، ان کے خوشحال گھرانوں، ان کی عزت دار ماں باپ سے چھین کر لائے۔ اب یہ ہماری ہیں، ہم ان کے ساتھ جو چاہے سلوک کریں، اگر کسی میں ہمت ہے تو ہمیں ان سے چھین کر دکھائیں۔ سرحد کے دو نوجوان ہندو پٹھان چھلانگ لگا کر گاڑی سے اتر گئے۔ سپاہیوں نے نہایت اطمینان سے فائر کیے اور انہیں ختم کر دیا۔ 15-20 نوجوان اور نکلے، انہیں مسلح مسلمانوں کے گروہ نے منٹوں میں ختم کر دیا۔ دراصل گوشت کی دیوار لوہے کے گولے کا مقابلہ نہیں کر سکتی۔ نوجوان ہندو عورتوں کو گھسیٹ کر جنگل میں لے گئے اور میں وہاں سے منہ چھپا کر بھاگ نکلی۔ کالا خوفناک سیاہ دھواں میرے منہ سے نکل رہا تھا، جیسے کائنات پر خباثت کی سیاہی چھا گئی تھی، اور سانس میرے سینے میں یوں الجھنے لگی جیسے یہ آہنی چھاتی ابھی پھٹ جائے گی اور اندر بھڑکتے ہوئے لال لال شعلے اس جنگل کی خاک کو سیاہ کر ڈالیں گے جو اس وقت میرے آگے پیچھے پھیلا ہوا ہے، اور جس نے ان 15 عورتوں کو چشمے زدن میں نگل لیا تھا۔ لالا موسیٰ کے قریب لاشوں سے اتنی مکروہ سراؤنڈ آنے لگی کہ سپاہی انہیں باہر پھینکنے پر مجبور ہو گئے۔ وہ ہاتھ کے اشارے سے ایک آدمی کو بلاتے اور اس سے کہتے اس کی لاش کو اٹھا کر یہاں لاؤ دروازے پر، اور جب وہ آدمی ایک لاش اٹھا کر دروازے پر لاتا تو اسے گاڑی سے باہر دھکا دے دیتے۔ تھوڑی دیر میں سب لاشیں ایک ایک کر کے باہر پھینک دی گئی، اور ڈبوں میں آدمی کم ہو جانے سے ٹانگیں پھیلانے کی جگہ بن گئی تھی۔ پھر لالا موسیٰ گزر گئے اور وزیر آباد آ گئے۔ وزیر آباد کا مشہور جنکشن، وزیر آباد کا مشہور شہر جہاں ہندوستان بھر کے لیے چھریاں اور چاقو تیار ہوتے ہیں، وزیر آباد جہاں ہندو اور مسلمان صدیوں سے بیساکھی کا میلہ بڑی دھوم دھام سے مناتے ہیں اور اس کی خوشیوں میں اکٹھے حصہ لیتے ہیں۔ وزیر آباد کا اسٹیشن لاشوں سے پٹا ہوا تھا۔ شاید یہ لوگ بیساکھی کا میلہ دیکھنے آئے تھے، لاشوں کا میلہ۔ شہر میں دھواں اٹھ رہا تھا اور اسٹیشن کے قریب انگریزی بینڈ کی صدا سنائی دے رہی تھی، اور ہجوم کی پرشور تالیوں اور کہکہوں کی آوازیں بھی سنائی دے رہی تھی۔
चंद मिनटों में हजूम स्टेशन पर आ गया। आगे आगे देहाती नाचते गाते आ रहे थे और उनके पीछे नंगी औरतों को हजूम, मादरजात नंगी औरतें, बूढ़ी, नौजवान, बच्चियां, दादियां और पोतियां, माएं और बहुएं, बेटियां, कवारियां और हामला औरतें नाचते गाते हुए मर्दों के नरगे में थी। औरतें हिंदू और सिख थी और मर्द मुसलमान थे, और दोनों ने मिलकर ये अजीब बैसाखी मनाई थी। औरतों के बाल खुले हुए थे, उनके जिस्मों पर जख्म के निशान थे, और वो इस तरह सीधी तन कर चल रही थी जैसे हजारों कपड़ों में उनके जिस्म छुपे हुए, जैसे उनकी रूहें पुरसकून आमेज मौत के दबीज साए छा गए। उनकी निगाहों का जलाल द्रौपदी को भी शर्माता था, और होंठ दांतों के अंदर यूं बिछे हुए थे गोया किसी महीब लावे का मुंह बंद किए। शायद अभी ये लावा फटेगा और अपनी आतिश फिशानी से दुनिया के जहन्नम को राज बनाएगा। पाकिस्तान जिंदाबाद, कायदे आज़म जिंदाबाद। नाचते थरकते हुए कदम परे हट गए, और अब ये अजीबो गरीब हजूम डब्बों के ऐन सामने था। डब्बों में बैठी हुई औरतों ने घूंघट काट दिए और डब्बे की खिड़कियां एक के बाद दूसरे बंद होने लगी। सिपाहियों ने कहा, खिड़कियां मत बंद करो, हवा लगती है। खिड़कियां बंद होती गई। सिपाहियों ने बंदूकें तान ली, ठाई ठाई, फिर भी खिड़कियां बंद होती गई, और फिर डब्बे में एक खिड़की बिना खुली रही। हाँ, कुछ पनागज़ीन जरूर मरे। नंगी औरतें पनागज़ीनों के साथ डब्बे में बिठा दी गई, और मैं पाकिस्तान जिंदाबाद और कायदे आज़म मोहम्मद अली जिन्ना जिंदाबाद के नारों के दरमियान रुक सकूं। गाड़ी में बैठा एक बच्चा लुढ़कता लुढ़कता एक बूढ़ी दादी के पास चला गया और उससे पूछने लगा, अम्मा, तुम नहा कर आए हो क्या? दादी ने अपने आंसुओं को रोकते हुए कहा, हाँ नन्हे, आज मुझे मेरे वतन के भाइयों और बेटों ने नहलाया। तुम्हारे कपड़े कहाँ हैं अम्मा? उन पर मेरे सुहाग के खून के छींटे थे ना बेटा, वो लोग उन्हें धोने के लिए ले गए हैं। दो नंगी लड़कियों ने गाड़ी से छलांग लगा दी और मैं चीखती चिल्लाती आगे बढ़ी और लाहौर पहुंचकर दम लिया। मुझे 1 नंबर प्लेटफॉर्म पर खड़ा किया गया। नंबर 2 प्लेटफॉर्म पर दूसरी गाड़ी खड़ी थी। ये अमृतसर से आई थी और इसमें मुसलमान पनागज़ीन बंद थे। थोड़ी देर के बाद मुस्लिम खिदमतगार मेरे डिब्बों की तलाशी लेने लगे और जेवर और नकदी और दूसरा कीमती सामान मुहाजिरीन से ले लिया गया। इसके बाद 400 आदमी डब्बों से निकालकर स्टेशन पर खड़े किए गए। ये मजहबा के बकरे थे, क्योंकि अभी अभी नंबर 2 प्लेटफॉर्म पर जो मुस्लिम मुहाजिरीन की गाड़ी आकर रुकी थी उसमें 400 मुसलमान मुसाफिर कम थे और 50 मुस्लिम औरतें अगवा कर ली गई थीं। इसलिए यहाँ भी 50 औरतें चुन चुन कर निकाल ली गई और 400 हिंदुस्तानी मुसाफिरों को तहते किया गया ताकि हिंदुस्तान और पाकिस्तान में आबादी का तवाज़ुन बरकरार रहे। मुस्लिम खिदमतगारों ने एक दायरा बना रखा था और छुरे हाथ में थी और दायरे में बारी बारी एक मुहाजिर उनके छुरे की जद में आता था और बड़ी चाबुक दस्ती से और मशाकी से हलाक कर दिया जाता था। चंद मिनटों में 400 आदमी खत्म कर दिए गए और फिर मैं आगे से। अब मुझे अपने जिस्म के जर्रे जर्रे से घिन आने लगी। इस कदर पलीद और
मुतफ़न महसूस कर रही थी, जैसे मुझे शैतान ने सीधा जहन्नुम से धक्का देकर पंजाब में भेज दिया। अटारी पहुंचकर फजा बदल सी गई। मुगलपुरा से ही सिपाही बदल लिए गए और उनकी जगह दूसरे सिपाही लगे। लेकिन अटारी पहुंचकर तो मुसलमानों की इतनी लाशें हिंदू मुहाजिरीन ने देख ली कि उनके दिल फड़ते मुसरत से बाग बाग हो गए। आज़ाद हिंदुस्तान की सरहद आ गई थी, वरना इतनी हसीन नज़ारे किस तरह देखने को मिलते। जब मैं अमृतसर स्टेशन पर पहुंची तो सिखों के नारों ने जमीन आसमान को बुझा कर रख दिया। यहाँ भी मुसलमानों की लाशों के ढेर थे और हिंदू और सिख हर डब्बे में झांक कर पूछते थे, कोई शिकार है? मतलब कि कोई मुसलमान है? एक डब्बे में 4 हिंदू ब्राह्मण सवार थे, सर घुटा हुआ, लंबी चोटी, राम नाम की धोती बांधे हरिद्वार का सफर कर रहे थे। यहाँ हर डिब्बे में 8-10 सिख और जाट भी बैठ गए। ये लोग राइफलों और बल्बों से मुसल्लह थे और मशरक़ी पंजाब में शिकार की तलाश जा रहे थे। इनमें से एक के दिल में कुछ शुबा सा हुआ तो उसने एक ब्राह्मण से पूछा, ब्राह्मण देवता किधर जा रहे हो? हरिद्वार तीरथ करने। हरिद्वार जा रहे हो कि पाकिस्तान जा रहे हो? अल्लाह अल्लाह करो मियां। दूसरे ब्राह्मण के मुंह से निकला। जाट हंसा। तो आओ फिर अल्लाह अल्लाह करते हैं। और शिकार मिल गया भाई, नत्था से आओ एदा अल्लाह बेली करिए। इतना कहकर जाट ने छुरा नकली ब्राह्मण के सीने में मारा। दूसरे ब्राह्मण भागने लगे तो जाटों ने उन्हें पकड़ लिया। ऐसे नहीं ब्राह्मण देवता जी, ओ जरा और डॉक्टरी मायना तो कराते जाओ ना। ओ हरिद्वार जाने से पहले डॉक्टरी मायना बहुत जरूरी होता है। डॉक्टरी मायने से मुराद ये थी कि ये लोग खतना देखते थे और जिसका खतना हुआ होता था उसे वहीं मार डालते थे। चारों मुसलमान जो ब्राह्मण का रूप धार कर अपनी जान बचाने के लिए भाग रहे थे वहीं मार डालेंगे और मैं आगे चली। रास्ते में मुझे एक जंगल में खड़ा कर दिया गया और मुहाजिरीन और सिपाही और हिंदू और सिख सब निकलकर जंगल की तरफ भाग निकले। मैंने सोचा शायद मुसलमानों की फौज उन पर हमला करने के लिए आ रही है। इतने में क्या देखती हूँ कि जंगल में बहुत सारे मुसलमान मज़ारे अपने बीवी बच्चों के लिए छुपे बैठे। सत श्री अकाल और हिंदू धर्म की जय के नारों की गूंज से जंगल कांप उठा और वो लोग दरगाह में ले लिए गए। आध घंटे में सब सफाया हो गया। बुढ़े, जवान, औरतें और बच्चे सब मार डाले गए। एक जाट के नेज़े पर एक बच्चे की लाश थी और वो उससे हवा में घुमा घुमा कर कह रहा था, आई बैसाखी, आई बैसाखी, ओए आई बैसाखी, जटा लाए बैसाखी। जलंधर से उधर पठानों का एक गांव था। यहाँ पर गाड़ी रोक कर लोग गांव में घुस गए। सिपाही और मुहाजिरीन और जाट पठानों ने मुकाबला किया लेकिन आखिर में मारे गए। बच्चे और मर्द हलाक हो गए तो औरतों की बारी आई और वहीं उसी खुले मैदान में जहाँ गेहूं के खलियान लगाए जाते थे और सरसों फूल मुस्कुराते थे और इफ़्फ़त माँ बीबियाँ अपने ख़ावनों की निगाही शौक की ताब डाल कर कमज़ोर शाखों की तरह झुकी झुकी जाती थी। उसी वसी मैदान में जहाँ पंजाब के दिल ने हीर रांझे और सोनी महिबाल के लाफानी उल्फत के तराने गाए थे, उन्हीं शीशम, सरस और पीपल के दरख्तों तले वक्ती चकले आबाद हुए। 50 औरतें और 500 खावन यानी 50 भेड़ें और 500 कसाब, 50 सोहनिया और 500 महिबाल। शायद अब पंजाब, शायद अब जन्नत में कभी तुग़यानी ना आएगी। शायद अब कोई वारिस शाह की हीर न गाएगा। शायद अब मिर्जा साहिबा की दास्तान उल्फत इन मैदानों में कभी न पहुंचेगी।
लाखों बार लानत हो उन रहनुमाओं पर और उनकी 7 पुश्तों पर, जिन्होंने इन खूबसूरत पंजाब, इस अलबेले प्यारे सुनहरे पंजाब के टुकड़े टुकड़े कर दिए। उसकी पाकीज़ा रूह को गहना दिया था और उसके मजबूत जिस्म में नफरत की पीप भर दी थी। आज पंजाब मर गया था, उसके नगमे गुंग हो गए थे, उसके गीत मुर्दा, उसकी जुबान मुर्दा, उसके बेबाक निडर भोला भाला दिल मुर्दा और ना महसूस करते हुए और आंख और कान ना रखते हुए भी मैंने पंजाब की मौत देखी और खौफ से और हैरत से मेरे कदम पटरी पर रुक गए। पठान मर्दों और औरतों की लाशें उठाए जाट और सिख और डोगरे और सरहदी हिंदू आपस आए और मैं चली गई। आगे एक नहर आती थी, जरा जरा वक्फे के बाद मुझे रोक दिया जाता। जो ही कोई डब्बा नहर के पुल से गुजरता, लाशों को ऐन नहर के नीचे पानी में गिरा दिया जाता। इस तरह जब हर डिब्बे के रुकने के बाद सब लाशें पानी में गिरा दी गई तो लोगों ने देसी शराब की बोतलें खोली और मैं खून और शराब और नफरत की भाप उगलती हुई आगे बढ़ी। अंबाला स्टेशन पर रात के वक्त मेरे फर्स्ट क्लास डब्बे में एक मुसलमान डिप्टी कमिश्नर और उसके बीवी बच्चे सवार हुए। इस डब्बे में एक सरदार साहब और उनकी बीवी भी थी। फौजियों के पहरे में मुसलमान डिप्टी कमिश्नर को सवार किया गया और फौजियों को उनकी जान और माल की हिफाजत की सख्त ताकीद कर दी। रात के 2 बजे मैं अंबाले से चली और 10 मील आगे जाकर रोक दी गई। फर्स्ट क्लास का डब्बा अंदर से बंद था, इसलिए खिड़की के शीशे तोड़कर लोग अंदर घुस गए और डिप्टी कमिश्नर, उसकी बीवी और छोटे छोटे बच्चों को कत्ल कर दिया गया। डिप्टी कमिश्नर की एक नौजवान लड़की थी, बड़ी खूबसूरत थी। वो किसी कॉलेज में पढ़ती थी। 2 नौजवानों ने सोचा कि उसे बचा लिया जाए। ये हुस्न, ये रानाई, ये ताजगी, ये जवानी किसी के काम आ सकती है। इतना सोचकर उन्होंने जल्दी से लड़की और जेवरात के बक्स को संभाला और गाड़ी से उतरकर जंगल में चले गए। लड़की के हाथ में किताब थी। यहाँ ये कॉन्फ्रेंस शुरू हुई कि लड़की को छोड़ दिया जाए या मार दिया जाए। लड़की ने कहा, मुझे मारते क्यों हो? मुझे हिंदू कर लो, मैं तुम्हारे मजहब में दाखिल हो जाती हूँ। तुम में से एक मुझसे ब्याह कर ले, लेकिन ऐसे मारने से क्या फायदा होगा? दूसरे ने कता कलाम करते हुए और छुरा लड़की के पेट में घूमते हुए कहा, मेरे ख्याल में इसे खत्म कर देना ही बेहतर है। चलो गाड़ी वापस चलो। लड़की जंगल में घास के फर्श पर तड़प तड़प कर मर गई। उसकी किताब उसके खून से तरबतर हो गई। उसके दिल में अपने मुल्क को कौम की खिदमत के इरादे हो गए। उसके रूह में किसी से मोहब्बत करने, किसी को चाहने, किसी के गले लग जाने, किसी के बच्चे को दूध पिलाने का जज्बा जरूर होगा। वो लड़की थी, वो माँ थी, वो बीवी थी, वो महबूबा थी। वो कायनात की तख्लीक का मुकद्दस राज थी और अब उसकी लाश जंगल में पड़ी थी और गीदड़, गिद्ध और कव्वे उसकी लाश को नोच नोच कर खाएंगे। इश्तराकियत, फलसफा और अमल, वहशी दरिंदे उन्हें नोच नोच कर खा रहे थे और कोई नहीं बोलता था, कोई आगे नहीं बढ़ता था। एक अरसे के बाद मैं बम्बई वापस आई। यहाँ मुझे नहला धुला कर शेड में रख दिया गया। मेरे डब्बों में अब शराब के भबारे नहीं हैं, खून की छींटे नहीं हैं, वहशी खूनी कहके नहीं है, मगर रात की तन्हाई में जैसे जैसे भूत जाग उठते हैं, मुर्दा रूहें बेदार हो जाती है और जख्मियों की चीखें और औरतों की बैन और बच्चों की पुकार हर तरफ फिजा में गूंजने लगती है। और मैं चाहती हूं कि अब मुझे कभी भी कोई सफर पर ना ले जाए। मैं उस शेड से बाहर नहीं निकलना चाहती।
मैं उस खौफनाक सफर पर दोबारा नहीं जाना चाहती। अब मैं उस वक्त जाऊंगी जब मेरे सफर पर दो तरफा सुनहरे केलियों के गुलिहां और खलियान लहराएंगे और सरसों के फूल झूम झूम कर पंजाब के रसीले उल्फत भरे गीत गाएंगे और किसान हिंदू और मुसलमान दोनों मिलकर खेत काटेंगे, बीज बोएंगे, हरे हरे खेतों में नलाई करेंगे और उनके दिलों में मेहर वफा और आंखों में शर्म और रूहों में औरत के प्यार और मोहब्बत और इज्जत का जज्बा होगा। मैं लकड़ी की एक बेजान गाड़ी हूं, लेकिन फिर भी मैं चाहती हूं कि इस खून और गोश्त और नफरत के बोझ से मुझे ना लादा जाए। मैं कहत ज़दा इलाकों में अनाज ढूंढूंगी, मैं कोयला, तेल और लोहा लेकर कारखानों में जाऊंगी, मैं किसानों के लिए नए हल और नई खाद मुहैया करूंगी, मैं अपने डब्बों में किसानों और मजदूरों की खुशहाल टोलियां लेकर जाऊंगी, मैं बासमत औरतों की मीठी निगाहों अपने मर्दों का दिल टटोलती हुई और उनके आंचलों में नन्हे मुन्ने खूबसूरत बच्चों के चेहरे कमल के फूलों की तरह नजर आएंगे और वो उस मौत को नहीं बल्कि आने वाली जिंदगी को झुककर सलाम करेंगे, जब ना कोई हिंदू होगा ना मुसलमान, बल्कि सब मजदूर होंगे, सब इंसान होंगे। ਇਹ ਸੀ ਚਰਚਾ, ਖਾਸ ਤੌਰ ਤੇ ਪੇਸ਼ੇ ਨਜ਼ਰ ਤੋਂ ਬਾਅਦ ਚਰਚਾ ਅਸੀਂ ਕਰਾਂਗੇ। ਅਸੀਂ ਕਿਉਂਕਿ ਤੁਸੀਂ ਪੇਸ਼ੇ ਨਜ਼ਰ ਦੇਖ ਰਹੇ ਸੀ, ਅਸੀਂ ਵੀ ਬਿਹਾਈਂਡ ਦਾ ਸਕਰੀਨ ਚਰਚਾ ਕਰ ਰਹੇ ਸੀਗੇ ਔਰ ਉਸ ਚਰਚਾ ਦੇ ਵਿੱਚ ਇੱਕ ਚੀਜ਼ ਮੈਂ ਕੈਸਰ ਹੋਰਾਂ ਨੂੰ ਵੀ ਇਹ ਸਵਾਲ ਪੁੱਛਦਾ ਕਿ ਕੈਸਰ ਇੱਕ ਤਾਂ ਲੋਕਡਾਊਨ ਤੁਹਾਡੇ ਵੀ ਉੱਧਰ ਹੈਗਾ, ਸਾਡੇ ਵੀ ਇੱਧਰ ਚੱਲ ਰਿਹਾ ਔਰ ਮੇਰੇ ਖਿਆਲ 'ਚ ਤੁਸੀਂ ਕੈਮਰਾ ਆਪਣਾ ਮੋਬਾਈਲ ਰੱਖ ਕੇ ਹੀ ਇਹ ਜਿਹੜੀ ਕਿੱਸਾ ਗੋਈ ਜਿਹੜੀ ਕੀਤੀ ਹੈ ਇਹ ਤੁਸੀਂ ਆਪ ਹੀ ਬੈਠ ਕੇ ਕੀਤਾ। ਇਹਦੇ ਵਿੱਚ ਮੈਨੂੰ ਲੱਗਿਆ ਕਿ ਸ਼ਾਇਦ ਫਲੂਟ ਕਿਤੇ ਥੋੜੀ ਜੀ ਓਵਰਸ਼ੈਡੋ ਕਰ ਰਹੀ ਸੀ, ਇਹ ਮੇਰੇ ਦਰਸ਼ਕਾਂ ਨੇ ਵੀ ਦੱਸਿਆ। ਕੋਈ ਮਤਲਬ ਤੁਹਾਨੂੰ ਲੱਗ ਰਿਹਾ ਸੀਗਾ ਜਾਂ ਇੱਕ ਵਾਰੀ ਜਦੋਂ ਇਹ ਹੋ ਗਿਆ ਉਦੋਂ ਬਾਅਦ ਤੁਸੀਂ ਸੁਣਿਆ ਸਾਰਾ ਇਹਦਾ ਟੈਕਨੀਕੈਲਿਟੀ ਕੀ ਸੀਗੀ, ਇਹਦੀ ਬੈਕਗਰਾਉਂਡ ਕੀ ਸੀਗੀ? ਇਹਦੇ ਬਾਰੇ ਇਹ ਹੈ ਕਿ ਮੈਂ ਬੇਸਿਕਲੀ ਕੀਤਾ ਤੇ ਮੋਬਾਈਲ ਤੇ ਰੱਖ ਕੇ ਹਾਂ ਤੇ ਫਲੂਟ ਤੇ ਰਿਕਾਰਡਿੰਗ ਵੀਡੀਓ ਦੀ ਅਸੀਂ ਦੋਵੇਂ ਇਕੱਠੇ ਕਰ ਰਹੇ ਸਨ, ਦੋਵੇਂ ਇਕੱਠੇ ਚੱਲ ਰਹੇ ਸਨ। ਕਿਸੇ ਨਰੇਸ਼ਨ ਚੱਲ ਰਹੀ, ਰੀਡਿੰਗ ਚੱਲ ਰਹੀ ਸੀ ਤੇ ਨਾਲ ਫਲੂਟ ਅਸੀਂ ਪਲੇ ਕੀਤੀ ਹੋਈ ਸੀ। ਜਦੋਂ ਇਹ ਸਾਰੀ ਹੋ ਗਈ ਨਾ ਤੇ ਫਿਰ ਅਸੀਂ ਇਹਨੂੰ ਨੋਟ ਕੀਤਾ। ਮੋਬਾਈਲ ਤੇ ਸਾਨੂੰ ਇੰਨਾ ਫੀਲ ਨਹੀਂ ਹੋਇਆ, ਲੇਕਿਨ ਜਦੋਂ ਅਸੀਂ ਲੈਪਟਾਪ ਵਗੈਰਾ ਤੇ ਕਰ ਦਿੱਤਾ ਤਾਂ ਉਸ ਤੋਂ ਬਾਅਦ ਸਾਨੂੰ ਫੀਲ ਹੋਇਆ ਕਿ ਇਹ ਫਲੂਟ ਜ਼ਰਾ ਬਹੁਤੀ ਓਵਰਸ਼ੈਡੋ ਹੋ ਰਹੀ ਹੈ ਵੌਇਸ ਤੇ ਉਹ ਟੈਕਨੀਕਲਿਟੀ ਹੈਗੀ, ਥੋੜੀ ਟੈਕਨੀਕਲ ਪ੍ਰੋਬਲਮ ਹੋ ਗਈ। ਲੇਕਿਨ ਅਸੀਂ ਇਹਨੂੰ ਦੁਬਾਰਾ ਰਿਕਾਰਡ ਇਸ ਵਾਸਤੇ ਨਹੀਂ ਕਰ ਸਕੇ ਕਿ ਜਿਹੜਾ ਅਸੀਂ ਸਾਰਾ ਸੈਟਅਪ ਲਾਇਆ ਹੋਇਆ ਸੀ ਬੈਕਡ੍ਰੌਪ ਇਹ ਉਹ ਅਸੀਂ ਉਹਨੂੰ ਰਿਮੂਵ ਕਰ ਚੁੱਕੇ ਹੋਏ ਸੀ।
ਅੱਛਾ ਚਲੋ ਆਪਾਂ ਇਸ ਉਮੀਦ ਨਾਲ ਕਿ ਅਗਲੀ ਵਾਰੀ ਜਦੋਂ ਇਹ ਸਟੋਰੀ ਟੈਲਿੰਗ ਜਾਂ ਇਸ ਤਰ੍ਹਾਂ ਦੀ ਪਰਫਾਰਮੈਂਸ ਹੋਏਗੀ ਉਦੋਂ ਤਜਰਬਾ ਹੋ ਗਿਆ ਨਾ, ਕਿਉਂ ਡਰੇ ਜ਼ਿੰਦਗੀ में क्या होगा, कुछ ना होगा तो तजर्बा होगा। ਤਜਰਬੇ ਕਰ ਕਰਕੇ ਇਨਸਾਨ ਸਿੱਖਦਾ ਹੈ, ਗਲਤੀਆਂ ਨਾ ਕਰੇ ਇਨਸਾਨ ਤੇ ਸਿੱਖ ਨਹੀਂ ਸਕਦਾ। ਹਾਂ। ਅੱਛਾ, ਦੂਸਰੀ ਗੱਲ, ਮੈਂ ਜਦੋਂ ਅਸੀਂ ਪੇਸ਼ੇ ਨਜ਼ਰ ਸ਼ੁਰੂ ਕਰਨਾ ਸੀਗਾ, ਚਰਚਾ ਕਰ ਰਹੇ ਸੀ, ਤਾਂ ਮੈਂ ਕਿਹਾ ਸੀਗਾ ਕਿ ਇਹਨਾਂ ਦੋਵਾਂ ਪੰਜਾਬਾਂ ਨੂੰ ਜੇ ਕਿਸੇ ਨੇ ਜੋੜੇ ਰੱਖਣਾ, ਜੇ ਕਿਸੇ ਨੂੰ ਏਕੇ ਦੇ ਵਿੱਚ ਰੱਖਣਾ, ਇਕੱਠਾ ਰੱਖਣਾ, ਤੇ ਉਹ ਹੈ ਸਾਡੀ ਪੰਜਾਬੀ ਜ਼ੁਬਾਨ। ਔਰ ਉਹ ਵੀ ਟਿਪੀਕਲ ਜਿਹੜੀ ਅਸੀਂ ਬੋਲਦੇ ਹਾਂ, ਭਾਵੇਂ ਸਾਡੇ ਸ਼ਹਿਰੀ ਇੱਧਰ ਅਸੀਂ ਹਿੰਦੀ ਪੁੱਠ ਵਾਲੀ ਜਿਹੜੀ ਪੰਜਾਬੀ ਬੋਲਦੇ ਹਾਂ, ਔਰ ਉਧਰਲੇ ਸ਼ਹਿਰੀ ਜਿਹੜੇ ਹੈਗੇ ਆ ਉਹ ਉਰਦੂ ਪੁੱਠ ਵਾਲੀ ਜਾਂ ਅਰਬੀ ਫਾਰਸੀ ਦੀ ਬੈਕਗਰਾਉਂਡ ਵਾਲੀ ਪੰਜਾਬੀ ਬੋਲਦੇ ਨੇ। ਪਰ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹ ਚਾਚੀਆਂ, ਤਾਈਆਂ, ਦਾਦੀਆਂ, ਨਾਨੀਆਂ, ਉਹ ਉਹੀ ਟਿਪੀਕਲ ਪੰਜਾਬੀ ਬੋਲਦੀਆਂ ਨੇ, ਵੇ ਤੂੰ ਕੀ ਰੱਫੜ ਪਾਇਆ, ਵੇ ਤੂੰ ਕੀ ਕਰਦਾ। ਤੇ ਇਹ ਸਾਰਾ ਕੁਛ ਕੈਸਰ ਮੈਂ ਇਸ ਲਈ ਦੱਸ ਰਿਹਾ ਕਿ ਜਦੋਂ ਸਾਡੇ ਬਾਰਡਰ ਨੇ, ਸਾਡੇ ਹੱਦਾਂ ਸਰਹੱਦਾਂ ਖਿੱਚ ਦਿੱਤੀਆਂ ਜਾਂਦੀਆਂ ਨੇ ਸਾਡੇ ਚਾਰੇ ਪਾਸੇ, ਜ਼ੁਬਾਨ ਨੂੰ ਲੈ ਕੇ, ਮਜ਼ਹਬ ਨੂੰ ਲੈ ਕੇ, ਮੁਲਕ ਨੂੰ ਲੈ ਕੇ, ਤਾਂ ਤੁਹਾਨੂੰ ਕਿਆ ਇੱਕ ਉਮੀਦ ਜਗਦੀ ਹੈ ਕਿ ਇਹ ਜ਼ੁਬਾਨ, ਇਹ ਥੀਏਟਰ, ਇਹ ਜਿਹੜਾ ਆਨਲਾਈਨ, ਇਹਦੇ ਨਾਲ ਵੀ ਦੋ ਪੰਜਾਬ ਕਿਤੇ ਜੁੜੇ ਰਹਿਣਗੇ, ਇਹ ਇਹਨਾਂ ਚ ਇਸ ਕਿਸਮ ਦੀ ਜਿਹੜੀ ਆਸ਼ਾ ਉਹ ਬਣਾਈ ਜਾ ਸਕਦੀ ਹੈ? ਬਿਲਕੁਲ ਜੀ, ਤੁਸੀਂ ਪਹਿਲੇ ਮੈਂ ਪੰਜਾਬੀ ਜ਼ੁਬਾਨ, ਪੰਜਾਬੀ ਲੈਂਗੁਏਜ ਦੇ ਬਾਰੇ ਗੱਲ ਕਰਨਾ ਕਿ ਪੰਜਾਬੀ ਜ਼ੁਬਾਨ ਨੂੰ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਉੱਧਰ ਹਿੰਦੀ ਇਨਫਲੂਐਂਸ ਜ਼ਿਆਦਾ ਹੈ, ਇੱਧਰ ਉਰਦੂ ਦਾ ਇਨਫਲੂਐਂਸ ਬਹੁਤ ਜ਼ਿਆਦਾ ਹੈ। ਉਹ ਇਸ ਵਾਸਤੇ ਕਿ ਪੰਜਾਬੀ ਜ਼ੁਬਾਨ ਵੈਸੇ ਵੇਖਣ ਨੂੰ ਥੋੜੀ ਜਿਹੀ ਕਹਿੰਦੇ ਨੇ ਅਨਪੜ੍ਹਾਂ ਵਾਲੀ ਜ਼ੁਬਾਨ ਹੈ ਜਾਂ ਉਹ ਜੱਟਾਂ ਵਾਲੀ ਜ਼ੁਬਾਨ ਹੈ, ਲੇਕਿਨ ਇਸ ਤਰ੍ਹਾਂ ਹਰਗਿਜ਼ ਨਹੀਂ ਹੈ। ਬੜੀ ਮਿੱਠੀ ਜ਼ੁਬਾਨ ਹੈ, ਮਿੱਠੀ ਜ਼ੁਬਾਨ ਇਹਨੂੰ ਅਗਰ ਵੇਖਿਆ ਜਾਵੇ। ਤੇ ਜਿਹੜੇ ਇਹਦੇ ਕੁਝ ਸ਼ਬਦ ਨੇ, ਜਿਵੇਂ ਤੁਸੀਂ ਕਹਿ ਰਹੇ ਸੀ ਹੁਣੀ, ਪੰਗਾ ਪੈ ਗਿਆ, ਜਾਂ ਇੱਕ ਰਫੜ ਪੈ ਗਿਆ, ਰਫੜ ਪੈ ਗਿਆ, ਇਹੋ ਜਿਹੇ ਤੁਸੀਂ ਜਿਹੜੇ ਵਰਡ, ਤੇ ਇਹਨਾਂ ਨੂੰ ਥੋੜਾ ਜਿਹਾ ਉਹ ਜੱਟਾਂ ਵਾਲਾ ਕਿਹਾ ਜਾਂਦਾ ਹੈ। ਤੇ ਇਹਨਾਂ ਨੂੰ ਲੁਕਾਉਣ ਵਾਸਤੇ ਜਿਹੜੇ ਪੰਜਾਬੀ ਨੂੰ ਅੱਛਾ ਨਹੀਂ ਸਮਝਦੇ, ਉਹਨਾਂ ਦੇ ਬਾਰੇ ਮੈਂ ਗੱਲ ਕਰ ਰਿਹਾ ਕਿ ਉਹ ਲੁਕਾਉਣ ਵਾਸਤੇ, ਹਾਲਾਂਕਿ ਬੋਲਦੇ ਉਹ ਵੀ ਪੰਜਾਬੀ ਨੇ, ਲੇਕਿਨ ਉਹ ਪੰਜਾਬੀ ਬੋਲਦੇ ਹੋਏ ਵੀ ਇਹਨਾਂ ਵਰਡਸ ਨੂੰ ਜਿਹੜਾ ਹੈ ਤੇ ਸੈਂਸਰ ਕਰਦੇ ਹੋਇਆ ਉਰਦੂ ਜਾਂ ਹਿੰਦੀ ਜਿਹੜੀ ਹੈ ਤੇ ਉਹਨੂੰ ਐਡ ਕਰ ਦਿੰਦੇ। ਬਿਲਕੁਲ ਸਹੀ ਹੈ। ਤੁਹਾਨੂੰ ਲੱਗਦਾ ਉਮੀਦ ਕਿ ਜਿਸ ਕਿਸਮ ਦਾ ਆਪਾਂ ਕਿਸਰ ਕਰ ਰਹੇ ਹਾਂ ਕਿ ਜ਼ੁਬਾਨ ਦੇ ਹਵਾਲੇ ਨਾਲ, ਕਿਉਂਕਿ ਤੁਸੀਂ ਲਾਹੌਰੋਂ ਬੈਠੇ ਹੋ ਹੈਗੇ ਹੋ, ਹੁਣ ਲਾਈਵ ਕਰ ਰਹੇ ਹੋ, ਮੈਂ ਚੰਡੀਗੜ੍ਹ ਬੈਠਾ, ਸਾਡੇ ਜਿਹੜੇ ਟੈਕਨੀਕਲ ਗੁਰਵਿੰਦਰ ਹੋਰੀ ਦੇਖ ਰਹੇ ਨੇ ਇਸ ਦਾ ਹਿੱਸਾ, ਉਹ ਜਲੰਧਰ ਬੈਠੇ ਇਸ ਨੂੰ ਆਪਰੇਟ ਕਰ ਰਹੇ ਨੇ। ਇਸੇ ਤਰ੍ਹਾਂ ਇਹ ਇੱਕ ਪਹਿਲੀ ਵਾਰੀ ਹੈ ਕਿ ਇੱਕ ਬਾਰਡਰਲੈਸ, ਇੱਕ ਸਾਡੇ ਕੋਲੇ ਕੋਈ ਸੀਮਾ, ਕੋਈ ਹੱਦ ਨਹੀਂ ਹੈਗੀ, ਅਸੀਂ ਸਿੱਧੀ ਗੱਲ ਕਰ ਸਕਦੇ ਹਾਂ, ਸਿੱਧੇ ਦੇਖ ਸਕਦੇ ਹਾਂ, ਇੱਕ ਦੂਸਰੇ ਨੂੰ ਨਜ਼ਰਾਨੇ ਪੇਸ਼ ਕਰ ਸਕਦੇ ਹਾਂ। ਇਸ ਦੇ ਉੱਤੋਂ ਵੀ ਇੱਕ ਉਮੀਦ ਜਗਦੀ ਹੈ ਤੁਹਾਨੂੰ ਪੰਜਾਬੀ ਥੀਏਟਰ ਨੂੰ ਔਰ ਪੰਜਾਬੀ ਗਾਇਕੀ ਜਾਂ ਪੰਜਾਬੀ ਕਲਾ ਨੂੰ? ਪੰਜਾਬੀ ਰੰਗਮੰਚ ਜਿਹੜਾ ਹੈ ਹਮੇਸ਼ਾ ਤੋਂ, ਅਗਰ ਮੈਂ ਆਪਣੀ ਗੱਲ ਕਰਾਂ, ਜਿਹੜਾ ਹੁਣ ਤੱਕ ਮੈਂ ਪੰਜਾਬ ਦੇ ਓਵਰਆਲ ਪੰਜਾਬ ਦੀ ਗੱਲ ਕਰਾਂਗਾ, ਚੜ੍ਹਦਾ ਲੈਂਦਾ ਦੋਵੇਂ ਪਾਸੇ, ਹੁਣ ਤੱਕ ਜਿਹੜਾ ਮੈਂ ਪਰਫਾਰਮ ਕਰ ਚੁੱਕੇ ਹਾਂ, ਉਹ ਸਿਰਫ ਔਰ ਸਿਰਫ ਦੋਵੇਂ ਬਾਰਡਰਸ ਨੂੰ ਜੋੜਨ ਵਾਸਤੇ, ਜਾਂ ਜਿਹੜਾ ਇੱਕ ਗੈਪ ਆ ਗਿਆ ਉਹਨੂੰ ਖਤਮ ਕਰਨ ਵਾਸਤੇ, ਘਟਾਉਣ ਵਾਸਤੇ ਕੀਤਾ ਗਿਆ ਹੈ। ਜਿੰਨਾ ਵੀ ਥੀਏਟਰ ਕੀਤਾ ਗਿਆ, ਅਮਨ ਵਾਸਤੇ ਕੀਤਾ ਗਿਆ। ਤੇ ਪੰਜਾਬੀ ਲੈਂਗੁਏਜ ਕਿਉਂ ਨਹੀਂ ਜੀ, ਪੰਜਾਬੀ ਲੈਂਗੁਏਜ ਹਰ ਸੂਰਤ ਦੇ ਵਿੱਚ ਇਹਨਾਂ ਦੂਰੀਆਂ ਨੂੰ ਖਤਮ ਕਰਨ ਵਾਸਤੇ ਬਹੁਤ ਵੱਡਾ ਕਿਰਦਾਰ ਅਦਾ ਕਰ ਸਕਦੀ ਤੇ ਕਰਦੀ ਆ ਰਹੀ ਹੈ, ਤੇ ਕਰਦੀ ਵੀ ਪਈ ਹੈ, ਤੇ ਅੱਗੇ ਵੀ ਕਰੇਗੀ। ਅੱਛਾ, ਤੁਸੀਂ ਲਗਾਤਾਰ ਕੈਸਰ ਅਜੋਕਾ ਥੀਏਟਰ ਨਾਲ ਜੁੜੇ ਰਹੇ ਹੋ, ਉਹਨਾਂ ਦੀਆਂ ਬਹੁਤ ਸਾਰੀਆਂ ਪਰਫਾਰਮੈਂਸ ਨੇ, ਖਾਸ ਤੌਰ ਤੇ ਬੁੱਲਾ ਜਿਹੜਾ ਨਾਟਕ ਆ ਉਹ ਬਹੁਤ ਖੇਡਿਆ ਤੁਸੀਂ, ਉਧਰ ਵੀ ਇੱਧਰ ਵੀ, ਔਰ ਅੰਨੀ ਮਾਈ ਦਾ ਸੁਪਨਾ, ਮੈਂ ਖੁਦ ਇਹ ਪਲੇ ਤੁਹਾਡੇ ਦੇਖੇ ਹੋਏ ਨੇ। ਤੁਹਾਨੂੰ ਇੱਧਰੋਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਇਹ ਸਾਰੇ ਪੇਸ਼ਕਾਰੀਆਂ ਨੂੰ ਲੈ ਕੇ ਇੱਧਰਲੇ ਪੰਜਾਬ ਦੇ ਵਿੱਚ? ਬੜਾ ਅੱਛਾ ਤੇ ਪੋਜ਼ਿਟਿਵ ਰਿਸਪੌਂਸ ਮਿਲਦਾ ਰਿਹਾ, ਹਮੇਸ਼ਾ ਦੀ ਤਰ੍ਹਾਂ। ਅਸੀਂ ਕਹਿੰਦੇ ਹਾਂ ਕਿ ਜਿਹੜੇ ਸਾਡੇ ਪੰਜਾਬੀ ਦੇ ਪਲੇਜ਼ ਨੇ, ਉਹ ਇੱਧਰ ਦੀ ਬਜਾਏ ਚੜ੍ਹਦੇ ਵਾਲੇ ਪੰਜਾਬ ਬਹੁਤੇ ਐਪਰੀਸ਼ੀਏਟ ਕੀਤੇ ਜਾਂਦੇ ਨੇ। ਅੱਛਾ, ਹਾਂ, ਬਹੁਤੇ ਸਾਡੇ ਵਾਲੇ ਐਪਰੀਸ਼ੀਏਟ ਪਾਸੇ। ਕੀਤੇ ਜਾਂਦੇ। ਓਕੇ ਓਕੇ, ਹਾਂ। ਉਹ ਕਿਉਂਕਿ ਹਾਲਾਂਕਿ ਉੱਥੇ ਵੀ ਪੰਜਾਬੀ ਪਲੇਜ਼ ਹੁੰਦੇ ਨੇ, ਇਹ ਨਹੀਂ ਕਿ ਉੱਥੇ, ਕਿਉਂਕਿ ਪੰਜਾਬੀ ਭਾਸ਼ਾ ਹੈ, ਇੱਥੇ ਤੇ ਉਰਦੂ ਦੇ ਜ਼ਿਆਦਾ ਪਲੇਜ਼ ਹੁੰਦੇ ਨੇ, ਪੰਜਾਬੀ ਪਲੇਜ਼ ਇੱਥੇ ਘੱਟ ਹੁੰਦੇ ਨੇ, ਲੇਕਿਨ ਉਧਰ ਹੁੰਦੇ ਬੇਸਿਕਲੀ ਜ਼ਿਆਦਾ ਪੰਜਾਬੀ ਨੇ। ਉੱਥੇ ਉਸ ਤੋਂ ਬਾਵਜੂਦ ਸਾਨੂੰ ਜ਼ਿਆਦਾ ਐਪਰੀਸ਼ੀਏਟ ਕੀਤਾ ਜਾਂਦਾ, ਹਮੇਸ਼ਾ ਮੁਹੱਬਤ ਮਿਲੀ ਹੈ। ਮੇਰੀ ਰੂਹ ਨੂੰ ਹਮੇਸ਼ਾ ਹੀ ਇਹ ਲੱਗਦਾ ਹੁੰਦਾ ਕਿ ਜਦੋਂ ਕੋਈ ਉਧਰ ਲਹਿੰਦੇ ਪੰਜਾਬ ਦਾ ਕੋਈ ਸ਼ਖਸੀਅਤ ਇੱਧਰ ਆਉਂਦੀਆਂ ਨੇ, ਕੋਈ ਬੰਦਾ ਆਉਂਦਾ, ਤੇ ਮੈਨੂੰ ਪਤਾ ਨਹੀਂ ਕਿਉਂ ਚਾਹ ਜਾ ਚੜ ਜਾਂਦਾ, ਏਦਾਂ ਲੱਗਦਾ ਯਾਰ ਮੇਰੇ ਗਰਾਈ ਨੇ, ਮੇਰੇ ਆਪਦੇ ਬੰਦੇ ਨੇ, ਔਰ ਉਹ ਐਪਰੀਸ਼ੀਏਸ਼ਨ ਵੀ ਮਿਲਦੀ ਆ।
ਅੱਜ ਵੀ ਸਾਡੇ ਨਾਲ ਫੇਸਬੁੱਕ ਤੇ ਆਨਲਾਈਨ ਆਪਾਂ ਜਾ ਰਹੇ ਹਾਂ, ਬਹੁਤ ਸਾਰੇ ਲੋਕ ਜੁੜੇ ਹੋਏ ਨੇ ਔਰ ਬਹੁਤ ਸਾਰੇ ਸਵਾਲ ਕਰ ਰਹੇ ਨੇ ਤੁਹਾਨੂੰ। ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਉਹਨਾਂ ਦਾ ਇੱਕ ਜਿਹੜੀ ਤਰਤੀਬ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਸਕਾਂ। ਜੀ ਜੀ ਸ਼ੋਰ। ਹਾਂ, ਇਹਦੇ ਵਿੱਚ ਬਹੁਤ ਸਾਰੇ ਸੁਖਵਿੰਦਰ ਹੋਰਾਂ ਨੇ ਤੁਹਾਨੂੰ ਹੈਲੋ ਕਹੀ ਹੈ, ਜਗਜੀਤ ਸਰੀਨ ਹੋਰੀ, ਚੰਦਰ ਅਦੀਬ ਹੋਰੀ, ਮੋਨਿਕਾ ਮੈਮ, ਚਰਨਜੀਤ ਮੈਮ, ਅਸਰਾ ਖਾਲਿਦ ਸ਼ਾਇਦ ਤੁਹਾਡੇ ਵਾਲੇ ਪਾਸਿਓਂ ਸਾਨੂੰ ਨਾਲ ਜੀ ਨਾਲ ਜੀ ਸਾਡੇ ਬਿਲਕੁਲ। ਫੇਸਬੁੱਕ ਤੇ ਨੇ। ਔਰ ਕੁਛਾਂ ਨੇ ਸੁਜੈਸ਼ਨ ਦਿੱਤੀ ਆ ਕਿ ਮਿਊਜ਼ਿਕ ਸ਼ਾਇਦ ਓਵਰ ਸ਼ੈਡੋ ਕਰ ਰਿਹਾ ਸੀ ਜਗਜੀਤ ਸਰੀਨ ਹੋਰਾਂ ਨਾਲ। ਔਰ ਸਾਡੇ ਇੱਕ ਐਮੀਨੈਂਟ ਥੀਏਟਰਿਸਟ ਨੇ ਮੈਡਮ ਹਰਵਿੰਦਰ ਬਬਲੀ ਜੀ, ਔਰ ਉਹਨਾਂ ਨੇ ਤੇ ਲਿਖਿਆ ਕਿ ਮਾਸ਼ਾ ਅੱਲਾ ਆਪਕੀ ਪੇਸ਼ਕਾਰੀ ਕਾਬਲੇ ਤਾਰੀਫ ਹੈ, ਤਮਾਮ ਮੰਜ਼ਰ ਦਿਖਾਈ ਦੇ ਰਹੇ ਨੇ ਸਾਨੂੰ ਜਿਸ ਤਰ੍ਹਾਂ ਦਾ ਤੁਸੀਂ ਬੋਲ ਰਹੇ ਹੋ। ਇਸੇ ਤਰ੍ਹਾਂ ਗੁਰਦੇਵ ਧਾਲੀਵਾਲ ਸਾਹਿਬ ਔਰ ਬਲਕਾਰ ਸਿੱਧੂ ਹੋਰੀ ਵੀ ਸਾਡੇ ਰੰਗਮੰਚ ਨਾਲ ਇੱਧਰੋਂ ਜੁੜੇ ਨੇ, ਉਹ ਵੀ ਇਸ ਤੁਹਾਡੀ ਕਿੱਸਾ ਗੋਈ ਨੂੰ ਤਾਰੀਫ ਕਰ ਰਹੇ ਨੇ। ਔਰ ਸੁਖਵੰਤ ਸਿੰਘ ਵਰਿਆਮ ਮਸਤ ਜੀ ਵੀ ਦਿਲਚਸਪੀ ਨਾਲ ਇਸ ਨੂੰ ਦੇਖ ਰਹੇ ਨੇ ਕਿ ਤੁਸੀਂ ਜਿਸ ਤਰ੍ਹਾਂ ਦਾ ਮੋਨੋਲੋਗ ਤੇ ਮੈਮਰੀਜ਼ ਨੂੰ ਕੀਤਾ ਆਪਦੀਆਂ ਪਾਸਟ ਨੂੰ ਲੈ ਕੇ, ਇਹ ਸੋਹਣੀਆਂ ਨੇ, ਤੁਹਾਨੂੰ ਮੁਬਾਰਕਬਾਦ ਦੇ ਰਹੇ ਨੇ। ਇਸੇ ਤਰ੍ਹਾਂ ਸੁਖਵੰਤ ਸਿੰਘ ਤੇ ਜਗਦੀਪ ਸੰਧੂ ਹੋਰੀ ਵੀ ਕਹਿ ਰਹੇ ਨੇ ਵੀ ਅੱਛਾ ਇਹ। ਤੇ ਮੈਂ ਬਾਕੀ ਮੇਰੇ ਖਿਆਲ ਚ ਕਾਫੀ ਸਾਰੇ ਕਮੈਂਟਸ ਨੇ, ਮੈਂ ਬਾਅਦ ਦੇ ਵਿੱਚ ਕਰਦਾ। ਤੇ ਇਸ ਨੂੰ ਲੈ ਕੇ ਮੈਂ ਕਿਉਂਕਿ ਇੰਟਰਵਿਊ ਤੋਂ ਪਹਿਲਾਂ ਜਦੋਂ ਮੈਂ ਤੁਹਾਨੂੰ ਗੱਲ ਕਰ ਰਿਹਾ ਸੀਗਾ ਤੇ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਤੁਸੀਂ ਲਾਹੌਰ ਚ ਹੀ ਜੰਮੇ ਹੋ, ਲਾਹੌਰ ਚ ਹੀ ਵੱਡੇ ਹੋਏ ਹੋ, ਲਾਹੌਰ ਚ ਹੀ ਥੀਏਟਰ ਕਰ ਰਹੇ ਹੋ, ਲਾਹੌਰ ਚ ਹੀ ਤੁਹਾਡੀ ਪੜ੍ਹਾਈ ਆ, ਤੁਹਾਨੂੰ ਇੱਧਰ ਕੈਸਰ ਇੱਧਰ ਜਿਹੜਾ ਤੁਸੀਂ ਆਏ ਹੋ, ਤੁਹਾਨੂੰ ਕਿਹੜਾ ਸ਼ਹਿਰ ਲੱਗਦਾ ਵੀ ਲਾਹੌਰ ਨਾਲ ਥੋੜਾ ਥੋੜਾ ਮਿਲਦਾ ਇਸ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਦਾ? ਚੜ੍ਹਦੇ ਪੰਜਾਬ ਦੀ ਅਗਰ ਗੱਲ ਕਰਾਂ ਤੇ ਲਾਹੌਰ ਵਰਗਾ ਸ਼ਹਿਰ, ਲਾਹੌਰ ਨਾਲ ਰਲਦਾ ਮਿਲਦਾ ਸ਼ਹਿਰ ਤੁਸੀਂ ਕਹਿ ਸਕਦੇ ਹੋ ਕਿਸੇ ਹੱਦ ਤੱਕ ਅੰਮ੍ਰਿਤਸਰ ਹੈ। ਲੇਕਿਨ ਅਗਰ ਮੈਂ ਓਵਰਆਲ ਇੰਡੀਆ ਦੀ ਗੱਲ ਕਰਾਂ ਤੇ ਮੈਨੂੰ ਲਾਹੌਰ ਤੇ ਦਿੱਲੀ ਬਹੁਤ ਆਪਸ ਵਿੱਚ ਇਹਨਾਂ ਦੀ ਉਹ ਬਿਲਕੁਲ ਸਹੀ ਰਿਜ਼ੈਂਬਲੈਂਸ ਹੈ। ਫੀਲ ਹੁੰਦੀ ਹੈ। ਅੰਮ੍ਰਿਤਸਰ ਨਾਲ ਮਿਲਦਾ ਕੁਛ? ਅੰਮ੍ਰਿਤਸਰ ਦੀ ਮੈਂ ਗੱਲ ਕਰਾਂ, ਕਿ ਮੈਂ ਪੰਜਾਬ ਦੀ ਗੱਲ ਕਰਾਂ ਤੇ ਮੈਨੂੰ ਅੰਮ੍ਰਿਤਸਰ ਤੇ ਲਾਹੌਰ ਦੇ ਥੋੜੀ ਜਿਹੀ ਬਹੁਤ ਆਪਸ ਦੇ ਚੋਂ ਰਿਜ਼ੈਂਬਲੈਂਸ ਫੀਲ ਹੁੰਦੀ ਹੈ, ਇੱਕ ਸਿਮਿਲੈਰਿਟੀ। ਕਿਉਂਕਿ ਜਗਦੀਪ ਸੰਧੂ ਹੋਰਾਂ ਨੇ ਮਾਫ ਕਰਨਾ ਤੁਹਾਡੀ ਮੈਂ ਵਿੱਚ ਗੱਲ, ਉਹਨਾਂ ਨੇ ਪੁੱਛਿਆ ਕਿ ਪਾਕਿਸਤਾਨ ਵਿੱਚ ਥੀਏਟਰ ਦੀ ਜਿਹੜੀ ਪੋਜੀਸ਼ਨ ਆ, ਥੀਏਟਰ ਦੀ ਜਿਹੜੀ ਸਥਿਤੀ ਆ, ਹਾਲਤ ਆ, ਉਹ ਕਿਸ ਤਰ੍ਹਾਂ ਦੀ ਆ, ਤੇ ਆਵਾਮ ਦੇ ਵਿੱਚ, ਆਮ ਲੋਕਾਂ ਦੇ ਵਿੱਚ ਥੀਏਟਰ ਨੂੰ ਲੈ ਕੇ ਕਿਸ ਕਿਸਮ ਦਾ ਹੁੰਗਾਰਾ ਜਾਂ ਕਿਸ ਕਿਸਮ ਦਾ ਉਹਨਾਂ ਦਾ ਰਿਐਕਸ਼ਨ ਹੈ? ਥੀਏਟਰ ਹਮੇਸ਼ਾ ਤੋਂ ਇੱਥੇ ਉਸ ਤਰ੍ਹਾਂ ਪ੍ਰਵਾਨ ਨਹੀਂ ਚੜ੍ਹ ਸਕਿਆ ਜਿਸ ਤਰ੍ਹਾਂ ਚੜ੍ਹਨਾ ਚਾਹੀਦਾ ਹੈ। ਮੇਰੇ ਖਿਆਲ ਨਾਲ ਕਿਸੇ ਵੀ ਕੰਟਰੀ ਦੇ ਵਿੱਚ ਥੀਏਟਰ ਉਸ ਤਰ੍ਹਾਂ ਪ੍ਰਵਾਨ ਨਹੀਂ ਚੜ੍ਹ ਸਕਿਆ ਜਿਸ ਤਰ੍ਹਾਂ ਟੀਵੀ ਜਾਂ ਫਿਲਮ ਦਾ ਮੀਡੀਅਮ ਹੈਗਾ। ਲੇਕਿਨ ਹੁਣ ਮੌਜੂਦਾ ਪੋਜੀਸ਼ਨ ਦੇ ਵਿੱਚ ਥੀਏਟਰ ਬਹੁਤ ਆਪਣਾ ਕਿਰਦਾਰ ਅਦਾ ਕਰ ਰਿਹਾ ਹੈ। ਸੋਸ਼ਲ ਇਸ਼ੂਜ਼ ਨੂੰ ਲੈ ਕੇ, ਪਬਲਿਕ ਦੇ ਜਿਹੜੇ ਲੋਕਲ ਇਸ਼ੂਜ਼ ਹੁੰਦੇ ਨੇ ਉਹਨਾਂ ਨੂੰ ਹਾਈਲਾਈਟ ਕਰਕੇ ਬੜਾ ਆਪਣੀ ਇੱਕ ਮਜ਼ਬੂਤ ਕਿਰਦਾਰ ਅਦਾ ਕਰ ਰਿਹਾ ਥੀਏਟਰ। ਤੇ ਹੁਣ ਲੋਕਾਂ ਦੇ ਵਿੱਚ ਥੀਏਟਰ ਵੇਖਣ ਦੀ ਜ਼ਿਆਦਾ ਚਾਹ ਹੈਗੀ ਹੈ। ਹਾਂ, ਲੇਕਿਨ ਅਸੀਂ ਤੁਹਾਡਾ ਡਰਾਮਾ ਬਹੁਤ ਦੇਖਦੇ ਹਾਂ, ਤੁਹਾਡਾ ਜਿਹੜਾ ਸਟੇਜ ਪਲੇ ਆ ਉਹ ਸਾਡੇ ਬਹੁਤ ਇੱਧਰ ਮਕਬੂਲ ਹੈ। ਤੁਹਾਡਾ ਜਿਹੜਾ ਸੂਫੀਆਨਾ ਕਲਾਮ ਹੈ, ਨੁਸਰਤ ਸਾਹਿਬ ਤੇ ਮਾਸ਼ਾਅੱਲਾ ਸਾਰਿਆਂ ਦੇ ਹਰਮਨ ਪਿਆਰੇ, ਉਸ ਤੋਂ ਪਹਿਲਾਂ ਮਲਕਾ ਤਰਨਮ, ਨੂਰ ਜਹਾਨ, ਸਾਰਾ ਮਤਲਬ ਸਾਰਾ ਪੂਰੇ ਦਾ ਪੂਰਾ ਪੰਜਾਬ। ਇੱਧਰ 2-3 ਸਵਾਲ ਮੈਨੂੰ ਹੋਰ ਮਿਲੇ ਨੇ, ਉਹਨਾਂ ਦੇ ਵਿੱਚੋਂ ਕਿ ਸਾਨੂੰ ਪਾਕਿਸਤਾਨ ਦਾ ਕੋਈ ਵੀ ਬੰਦਾ ਜਦੋਂ ਇੱਧਰ ਆਉਂਦਾ ਸਾਨੂੰ ਸੁਣਨਾ ਚੰਗਾ ਲੱਗਦਾ। ਕੁਲਦੀਪ ਸਿੰਘ ਹੋਰੀ ਕਹਿ ਰਹੇ ਨੇ। ਮੈਂ ਇਸ ਗੱਲ ਤੇ ਸਿਰਫ ਇੰਨੀ ਗੱਲ ਕਰਾਂਗਾ ਕਿ ਕਲਾਕਾਰ ਦੀ ਕੋਈ ਸਰਹੱਦ ਨਹੀਂ ਹੁੰਦੀ, ਕਲਾਕਾਰ ਸਾਰਿਆਂ ਦਾ ਹੁੰਦਾ, ਨਾ ਉਹ ਹਿੰਦੂ, ਨਾ ਮੁਸਲਿਮ, ਨਾ ਸਿੱਖ, ਨਾ ਈਸਾਈ, ਨਾ ਇੰਡੀਅਨ, ਨਾ ਪਾਕਿਸਤਾਨੀ, ਨਾ ਅਮਰੀਕਨ, ਨਾ ਅਫਗਾਨੀ, ਕੋਈ ਵੀ ਨਹੀਂ। ਕਲਾਕਾਰ ਸਾਰਿਆਂ ਦਾ ਸਾਂਝਾ, ਕਿਉਂਕਿ ਉਹਨੇ ਸਿਰਫ ਯੂਨੀਵਰਸਲ, ਕਿਉਂਕਿ ਉਹਨੇ ਸਿਰਫ ਔਰ ਸਿਰਫ ਇਨਸਾਨੀਅਤ ਦਾ ਪ੍ਰਚਾਰ ਕਰਨਾ, ਇਨਸਾਨੀਅਤ ਤੇ ਹੋਣ ਵਾਲੇ ਜ਼ੁਲਮ ਦਾ ਪ੍ਰਚਾਰ ਕਰਨਾ, ਉਹਨੂੰ ਘਟਾਉਣ ਤੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਆਪਣੇ ਵੱਲੋਂ ਥੀਏਟਰ ਦੇ ਰਾਹੀਂ, ਆਪਣੀ ਐਕਟਿੰਗ ਦੇ ਰਾਹੀਂ। ਕੈਸਰ, ਤੁਸੀਂ ਪੜ੍ਹ ਰਹੇ ਸੀਗੇ ਜਦੋਂ ਥੀਏਟਰ ਸ਼ੁਰੂ ਕੀਤਾ, ਹੁਣ ਪਿੱਛੇ ਜੇ ਤੁਸੀਂ ਅਜੋਕਾ ਥੀਏਟਰ ਤੋਂ ਆਪਣੇ ਆਪ ਨੂੰ ਅਲੱਗ ਕਰਕੇ ਇੱਕ ਅਤਰੰਗੀ ਥੀਏਟਰ ਤੁਸੀਂ ਬਣਾਇਆ ਹੈਗਾ, ਤੁਹਾਨੂੰ ਜਿਹੜੇ ਨੌਜਵਾਨ ਥੀਏਟਰ ਕਰ ਰਹੇ ਨੇ, ਕਿਆ ਤੁਹਾਨੂੰ ਵੀ ਇੱਧਰਲੇ ਥੀਏਟਰ ਵਾਂਗੂ ਬਹੁਤ ਸਾਰੇ ਮਸਲੇ
ਪੈਸੇ ਨੂੰ ਲੈ ਕੇ ਬਹੁਤ ਸਾਰੇ ਮਸਲੇ, ਥੀਏਟਰ ਰਜਿਸਟਰ ਕਰਾਉਣ ਨੂੰ ਲੈ ਕੇ, ਲੋਕਾਂ ਦੇ ਵਿੱਚ ਆਪਣੇ ਆਪ ਨੂੰ ਇੱਕ ਤਰ੍ਹਾਂ ਸਥਾਪਿਤ ਕਰਨ ਦੇ ਜਿਹੜੇ ਮਸਲੇ ਨੇ, ਉਸ ਤੋਂ ਇਲਾਵਾ ਜਿਹੜੇ ਮਾਂ-ਬਾਪ ਨੇ ਉਹ ਬਾਰ-ਬਾਰ ਕਹਿੰਦੇ ਨੇ, ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਇਹ ਤੇ ਭੁੱਖੇ ਮਰਨ ਵਾਲੀ ਮਸਲੇ ਨੇ, ਜਾਂ ਘਰ ਬੂਕ ਤਮਾਸ਼ਾ ਦੇਖਣਾ। ਕਿ ਤੁਹਾਨੂੰ ਵੀ ਲੱਗਦਾ ਨਿੱਜੀ ਤੌਰ ਤੇ ਕਿ ਇਹ ਔਕੜਾਂ, ਇਹ ਔਖਿਆਈਆਂ, ਇਹ ਮਸਲੇ ਆਉਂਦੇ ਨੇ ਇੱਕ ਨਵੇਂ ਮੁੰਡੇ ਨੂੰ ਜਦੋਂ ਇਹ ਸ਼ੁਰੂ ਕਰਦਾ ਕੰਮ? ਸਭ ਤੋਂ ਪਹਿਲੇ ਮੈਂ ਅਜੋਕਾ ਦੀ ਗੱਲ ਕਰਾਂ, ਮੈਂ ਅਜੋਕਾ ਤੋਂ ਅਲੱਗ ਨਹੀਂ ਹੋਇਆ, ਮੈਂ ਹਾਲੇ ਵੀ ਉਹਨਾਂ ਦੀ ਟੀਮ ਦਾ ਹਿੱਸਾ, ਇੱਕ ਉਹਨਾਂ ਦਾ ਕੋਰ ਮੈਂਬਰ ਮੈਂ ਹੁਣ ਵੀ, ਮੈਂ ਉਹਨਾਂ ਦੇ ਨਾਲ ਹੁਣ ਵੀ ਕੰਮ ਕਰ ਰਿਹਾ, ਕਿਉਂਕਿ ਉਹ ਮੇਰਾ ਮਦਰ ਥੀਏਟਰ ਹੈ। ਮੈਂ ਉਹਨੂੰ ਮਦਰ ਥੀਏਟਰ ਕਹਿੰਦਾ, ਮੈਂ ਉੱਥੋਂ ਸਿੱਖਿਆ। ਮੈਂ ਹੁਣ ਜੋ ਕਰ ਰਿਹਾ ਜਾਂ ਅੱਜ ਤੱਕ ਜੋ ਮੈਂ ਹਾਂ ਐਕਟਿੰਗ ਦੇ ਹਵਾਲੇ ਨਾਲ, ਥੀਏਟਰ ਦੇ ਹਵਾਲੇ ਨਾਲ, ਤੇ ਮੈਂ ਉੱਥੋਂ ਹੀ ਇਹ ਅਲਿਫ ਬੇ ਜਿਹੜੀ ਵੀ ਥੋੜ੍ਹੀ ਬਹੁਤ ਸਿੱਖੀ ਹੈ, ਮੈਂ ਉੱਥੋਂ ਹੀ ਸਿੱਖੀ ਹੈ। ਮੈਡਮ ਮਦੀਹਾ ਗੋਹਰ, ਤੇ ਅੱਜ ਦੀ ਮੈਂ ਸਭ ਤੋਂ ਇੱਕ ਜ਼ਰੂਰੀ ਗੱਲ, ਇਹ ਜਿਹੜੀ ਮੇਰੀ ਪੇਸ਼ਕਾਰੀ ਹੈ, ਮੈਂ ਜਿਹੜੇ ਸਾਡੇ ਗੁਰੂ ਨੇ ਥੀਏਟਰ ਦੇ, ਉਹਨਾਂ ਦੀ ਡੈਥ ਹੋ ਗਈ ਹੋਈ ਹੈ, ਮੈਡਮ ਮਦੀਹਾ ਗੌਰ ਜੀ, ਇਹ ਮੈਂ ਉਹਨਾਂ ਦੇ ਨਾਂ ਕਰਨਾ, ਮੈਂ ਉਹਨਾਂ ਦੇ ਨਾਂ ਕਰਨਾ। ਤੇ ਦੂਜੀ ਗੱਲ ਜਿਹੜੀ ਤੁਸੀਂ ਕਰ ਰਹੇ ਸੋ, ਕਿ ਅੱਜ ਕੱਲ੍ਹ ਦੇ ਨੌਜਵਾਨ ਨੂੰ ਕਿੰਨੀ ਮੁਸ਼ਕਿਲਾਤ ਦਾ ਸਾਹਮਣਾ ਕਰਨਾ ਪੈਂਦਾ, ਉਹ ਤੇ ਹਰ ਹਾਲ ਵਿੱਚ ਹੀ ਕਰਨਾ ਪੈਂਦਾ, ਸਪੈਸ਼ਲੀ ਥੀਏਟਰ ਨੂੰ ਲੈ ਕੇ, ਕਿਉਂਕਿ ਥੀਏਟਰ ਜਾਂ ਤੁਸੀਂ ਕਹਿ ਲਓ ਕਿ ਐਕਟਿੰਗ ਹੁਣ ਤੱਕ ਇਹਨੂੰ ਇੱਕ, ਹਾਲੇ ਤੱਕ ਇਹਨੂੰ ਇੱਕ ਪ੍ਰੋਫੈਸ਼ਨ ਨਹੀਂ ਮੰਨਿਆ ਜਾ ਸਕਿਆ, ਨਾ ਸੁਸਾਇਟੀ ਦੀ ਨਜ਼ਰ ਦੇ ਵਿੱਚ, ਤੇ ਘਰ ਵਾਲੇ ਦੀ ਨਜ਼ਰ ਦੇ ਉੱਤੇ ਉਸ ਤਰ੍ਹਾਂ ਹੀ ਨਹੀਂ ਮੰਨਿਆ ਜਾਂਦਾ ਇਹਨੂੰ ਪ੍ਰੋਫੈਸ਼ਨ, ਕਿਉਂਕਿ ਤੇ ਸਪੈਸ਼ਲੀ ਥੀਏਟਰ ਨੂੰ ਲੈ ਕੇ, ਕਿਉਂਕਿ ਥੀਏਟਰ ਦੀ ਸਟਰਗਲ ਬਹੁਤ ਜ਼ਿਆਦਾ ਹੈ ਤੇ ਅਰਨਿੰਗ ਬਹੁਤ ਘੱਟ ਹੈ, ਲੇਕਿਨ ਇਹਦੇ ਇਹ ਕਰਕੇ ਨਾ ਜਿਹੜਾ ਸਾਨੂੰ ਦਿਲੀ ਸਕੂਨ ਮਿਲਦਾ, ਉਹਦਾ ਕੋਈ ਮੁਕਾਬਲਾ ਨਹੀਂ ਹੈ, ਉਹਦਾ ਕੋਈ ਮੁਕਾਬਲਾ, ਕਿਉਂਕਿ ਅਸੀਂ ਜਿਹੜੀ ਹਾਂ ਹਾਂ ਡਾਕਟਰ ਨਰਵਿੰਦਰਾ ਬਹਿਲ ਹੋਰੀ ਵੀ ਤੁਹਾਨੂੰ ਸ਼ੁਭ ਸ਼ਾਮਾਂ ਦੇ ਰਹੇ ਨੇ। ਮੈਂ ਉਹਨਾਂ ਦੇ ਬਾਰੇ ਇਹੀ ਗੱਲ ਕਰਾਂਗਾ ਕਿ ਮੈਂ ਉਹਨਾਂ ਦਾ ਪਲੇ ਵੇਖਿਆ ਸੀ 2016 ਦੇ ਅੰਮ੍ਰਿਤਸਰ ਪੰਜਾਬ ਨਾਟਸ਼ਾਲਾ, ਡਾਇਰੈਕਟਡ ਬਾਈ ਸਰ ਕੇਵਲ ਧਲੀਵਾਲ, ਉਹ ਵੀ ਮੇਰੇ ਟੀਚਰ ਨੇ ਸਰ ਕੇਵਲ ਜੀ। ਤੇ ਇਹਨਾਂ ਦਾ ਮੈਂ ਮੈਡਮ ਦਾ ਪਲੇ ਵੇਖਿਆ ਸੀ, ਨੋਰਾ ਰਿਚਰਡ ਦੀ ਲਾਈਫ ਤੇ ਬਣਿਆ ਨੋਰਾ ਰਿਚਰਡ ਨੋਰਾ, ਉਹਦੇ 'ਚ ਸਰ ਸਾਹਿਬ ਸਿੰਘ ਵੀ ਨੇ, ਉਹਨਾਂ ਦੇ ਨਾਲ ਵੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੋਇਆ ਹੈ ਅਨੀਮਾਈ ਦੇ ਸੁਪਨੇ ਦੇ ਵਿੱਚ। ਤੇ ਉਹਨਾਂ ਦੇ ਬਾਰੇ ਮੈਂ ਇਹੀ ਕਹਾਂਗਾ ਕਿ ਐਡੀ ਮਹਾਨ ਸ਼ਖਸੀਅਤ, ਐਡੀ ਮਹਾਨ ਹਸਤੀ ਥੀਏਟਰ ਦੀ, ਰੰਗਮੰਚ ਦੀ ਐਡੀ ਮਹਾਨ ਹਸਤੀ, ਮੇਰੇ ਵਰਗੇ ਛੋਟੀ ਜਿਹੇ ਸਟੂਡੈਂਟ ਬਾਰੇ ਐਡੀ ਵੱਡੀ ਗੱਲ ਕਰ ਰਹੇ ਨੇ, ਇਸ ਤੋਂ ਬਾਅਦ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਅੱਜ ਦੀ ਪਰਫਾਰਮੈਂਸ ਦੇ ਹਵਾਲੇ। ਇਹ ਵਾਸਤੇ ਸਭ ਤੋਂ ਵੱਡਾ ਕੰਪਲੀਮੈਂਟ ਹੈ। ਕੈਸਰ, ਤੁਹਾਡੀ ਜਨਰੇਸ਼ਨ ਦੇ, ਸਾਡੀ ਇੱਧਰਲੀ ਜਿਹੜੀ ਨਵੀਂ ਜਨਰੇਸ਼ਨ ਦੇ ਲੋਕ ਨੇ, ਉਹ ਵੀ ਤੁਹਾਨੂੰ ਮੁਬਾਰਕਬਾਦ ਦੇ ਰਹੇ ਨੇ। ਕੁਲਵੀਰ ਧਾਲੀਵਾਲ ਹੋਰੀ ਤੁਹਾਨੂੰ ਕਹਿ ਰਹੇ ਨੇ ਵੀ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੈਗੇ ਹੋ, ਔਰ ਤਰਸੇਮ ਸਿੱਧੂ ਜੀ ਸਾਡੇ ਇੱਕ ਥੀਏਟਰ ਔਰ ਉਸ ਨੂੰ ਖਾਸ ਤੌਰ ਤੇ ਪੋਇਟਰੀ ਫਿਲਮਾਂ ਨੂੰ ਲੈ ਕੇ ਉਹ ਕਾਫੀ ਸਾਰਾ ਕੰਮ ਕਰ ਰਹੇ ਨੇ। ਸੁਰੇਸ਼ ਮਹਿਤਾ ਜੀ ਵੀ ਤੁਹਾਨੂੰ ਇੱਕ ਸਵਾਲ ਕਰ ਰਹੇ ਨੇ, ਉਹ ਕਹਿ ਰਹੇ ਨੇ ਕਿ ਪੰਜਾਬੀ ਰੰਗਮੰਚ ਦੀ ਸਥਿਤੀ ਉਧਰ ਕੀ ਆ ਕਿ ਪਾਕਿਸਤਾਨ ਪੰਜਾਬੀ ਭਾਸ਼ਾ ਨਾਲੋਂ ਉਰਦੂ ਭਾਸ਼ਾ ਨੂੰ ਹਮੇਸ਼ਾ ਸਤਿਕਾਰ ਨਾਲ ਦੇਖਿਆ ਜਾਂਦਾ, ਤੇ ਪੰਜਾਬੀ ਰੰਗਮੰਚ ਨਾਲੋਂ ਉਰਦੂ ਭਾਸ਼ਾ ਵਿੱਚ ਹੋ ਰਹੇ ਰੰਗਮੰਚ ਨੂੰ ਵਧੇਰੇ ਪਿਆਰਦੇ ਹਨ, ਜਾਂ ਪੰਜਾਬੀ ਰੰਗਮੰਚ ਨੂੰ ਜ਼ਿਆਦਾ ਕਰਦੇ ਨੇ? ਭਾਵ ਇਹ ਹੈ ਕਿ ਉਧਰ ਉਰਦੂ ਦਾ ਵੀ ਥੀਏਟਰ ਹੈ, ਪੰਜਾਬੀ ਦਾ ਵੀ, ਪੰਜਾਬੀ ਨੂੰ ਵੱਧ ਦੇਖਿਆ ਜਾਂਦਾ ਜਾਂ ਉਰਦੂ ਨੂੰ ਜ਼ਿਆਦਾ ਦੇਖਿਆ ਜਾਂਦਾ? ਮੇਰੇ ਨਜ਼ਰੀਏ ਦੇ ਮੁਤਾਬਿਕ ਦੋਵਾਂ ਨੂੰ ਇਕੱਠਾ ਇੱਕੋ ਜਿਹਾ ਹੀ ਵੇਖਿਆ ਜਾਂਦਾ, ਲੇਕਿਨ ਪੰਜਾਬ ਵਾਲੀ ਸਾਈਡ ਤੇ ਜ਼ਿਆਦਾ ਪੰਜਾਬੀ ਥੀਏਟਰ ਨੂੰ ਪਸੰਦ ਕੀਤਾ ਹੈ। वो के उर्दू ਨੂੰ ਵੀ ਪਸੰਦ ਕੀਤਾ ਜਾਏਗਾ। ਅੱਛਾ, ਜਾਂਦੇ ਲਵਰ ਹਲੇ ਵੀ ਬਹੁਤ ਜ਼ਿਆਦਾ ਨੇ। ਜਾਂਦੇ ਕੈਸਰ, ਕਿ ਤੁਹਾਡੇ ਆਉਣ ਵਾਲੇ ਕੀ ਮਨਸੂਬੇ ਨੇ ਥੀਏਟਰ ਨੂੰ ਲੈ ਕੇ, ਕੀ ਪਲੈਨਿੰਗਸ ਨੇ, ਔਰ ਇੱਧਰਲੇ ਜਿਹੜੇ ਮੁੰਡੇ ਕੁੜੀਆਂ ਤੁਹਾਡੀ ਏਜ ਦੇ ਕਰ ਰਹੇ ਨੇ ਉਹਨਾਂ ਨੂੰ ਵੀ ਇਸ ਕਿਸਮ ਦੀ ਇੱਕ ਸੇਧ ਤੁਸੀਂ ਜੇ ਕੋਈ ਸੁਨੇਹਾ ਦੇ ਸਕਦੇ ਹੋ? ਔਰ ਖਾਸ ਤੌਰ ਤੇ ਜਿਸ ਲੋਕਡਾਊਨ ਚੋਂ ਅਸੀਂ ਲੰਘੇ ਹਾਂ, ਜਿਹਦੇ ਚੱਕਰ ਦੇ ਵਿੱਚ ਇਹ ਗੁਰਵਿੰਦਰ ਹੋਰਾਂ ਨੇ ਇਹ ਵਰਚੁਅਲ ਮੰਚ ਵੀ ਬਣਾ ਛੱਡਿਆ ਜੇ ਇੱਕ, ਇਹ ਸਾਰੇ ਨੂੰ ਲੈ ਕੇ ਕੀ ਉਮੀਦਾਂ ਜਾਗਦੀਆਂ ਨੇ ਕਿ ਇਹ ਸਾਰੀ ਸਥਿਤੀ ਨੂੰ ਰੰਗਮੰਚ, ਇੱਕ ਅਦਾਕਾਰ, ਇੱਕ ਫਨਕਾਰ ਕਿੰਨੀ ਮੁਸਤੈਦੀ ਨਾਲ, ਕਿੰਨੀ એનર્ਜੀ ਨਾਲ ਜਿਹੜਾ ਡੀਲ ਕਰਦਾ ਹੈਗਾ? ਜਿਹੜੀ ਰੀਸੈਂਟ ਸਿਚੁਏਸ਼ਨ ਹੈ ਲੋਕਡਾਊਨ ਦੀ ਤੇ ਜਿਹੜਾ COVID-19 ਵਾਲੀ ਸਿਚੁਏਸ਼ਨ ਹੈ, ਇਹਦੇ ਹਵਾਲੇ ਨਾਲ ਜਿਹੜੀ ਮੈਂ ਹੁਣ ਤੱਕ ਮੈਂ ਆਪਣੇ ਬਾਰੇ ਗੱਲ ਕਰਾਂਗਾ ਕਿ ਤਕਰੀਬਨ ਹਰ ਕੰਮ ਚਾਲੂ ਹੋ ਚੁੱਕਿਆ ਹੈ, ਦੁਨੀਆ ਦਾ ਹਰ ਬਿਜ਼ਨਸ ਸਟਾਰਟ ਹੋ ਚੁੱਕਿਆ ਹੈ।
ਫਿਰ ਸ਼ੋਬਿਜ਼ ਦੇ ਹਵਾਲੇ ਨਾਲ ਗੱਲ ਕਰੀਏ ਤੇ ਟੀਵੀ ਦੀ ਰਿਕਾਰਡਿੰਗ ਵੀ ਸਟਾਰਟ ਹੋ ਚੁੱਕੀਆਂ ਨੇ, ਫਿਲਮ ਦੀ ਰਿਕਾਰਡਿੰਗ ਸਟਾਰਟ ਹੋ ਚੁੱਕੀਆਂ ਨੇ। ਵਾਹਿਦ ਇੱਕ ਥੀਏਟਰ ਹੈ ਜਿਹੜਾ ਹਾਲੇ ਤੱਕ ਸਟਾਰਟ ਨਹੀਂ ਹੋ ਸਕਿਆ, ਨਾ ਉੱਧਰ ਨਾ ਇੱਧਰ, ਤੇ ਆਉਣ ਵਾਲੇ ਕਾਫੀ ਵਕਤ ਤੱਕ ਇਹ ਮੇਰਾ ਨਹੀਂ ਖਿਆਲ ਕਿ ਇਹ ਸਟਾਰਟ ਹੋ ਸਕੇਗਾ, ਕਿਉਂਕਿ ਜਦੋਂ ਤੱਕ ਆਡੀਅנס ਆਏਗੀ ਨਹੀਂ ਉਦੋਂ ਤੱਕ ਨਹੀਂ ਹੋਏਗਾ ਥੀਏਟਰ ਨਹੀਂ ਹੋਏਗਾ। ਉਸ ਵਾਲੇ ਨਾਲ ਕਾਫੀ ਮੁਸ਼ਕਲਾਤ ਤੇ ਹੈਗੀਆਂ ਨੇ, ਲੇਕਿਨ ਜਿਹੜਾ ਐਕਟਰ ਹੈ, ਜਿਹੜਾ ਆਰਟਿਸਟ ਹੈ, ਉਹ ਮੁਸ਼ਕਲਾਤ ਤੋਂ ਲੰਘ ਕੇ ਜਿਹੜਾ ਗੋਲ ਮਟੋਲ ਹੁੰਦਾ ਹੈ, ਤੇ ਇਹ ਇਨਸ਼ਾਅੱਲਾ ਤਾਲਾ ਅਸੀਂ ਇਹਨੂੰ ਵੀ ਪਾਰ ਕਰਾਂਗੇ। ਅਸੀਂ ਜਾਂਦੇ ਜਾਂਦੇ ਇੱਕ ਮੈਂ ਸਵਾਲ ਲੈ ਲਵਾਂ, ਜੇ ਮੈਂ ਆਪਦੇ ਡਾਇਰੈਕਟਰ ਸਾਹਿਬ ਤੋਂ ਪਰਮਿਸ਼ਨ ਲਵਾਂ, ਕਿ ਅਮਨਦੀਪ ਹੋਰੀ ਸਾਨੂੰ ਇੱਕ ਸਵਾਲ ਕਰ ਰਹੇ ਨੇ ਕਿ ਸਰ ਸਾਡੇ ਨਾ ਇੱਧਰ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਇੱਕ ਖੂਬਸੂਰਤ ਚੀਜ਼ ਹੈ ਕਿ ਸਾਡੇ ਇੱਕ ਕੰਪੀਟੀਸ਼ਨ ਚੱਲਦਾ, ਯੂਥ ਫੈਸਟੀਵਲ ਚੱਲਦੇ ਨੇ, ਕਾਲਜ ਪੱਧਰ ਦੇ ਉੱਤੇ ਮੁਕਾਬਲੇ ਹੁੰਦੇ, ਜਿਹਦੇ ਵਿੱਚ ਜਿਹੜਾ ਡਰਾਮਾ ਹੈ, ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਤਾਂ ਬਕਾਇਦਾ ਡਿਪਾਰਟਮੈਂਟ ਵੀ ਬਣੇ ਹੋਏ ਨੇ। ਇਹ ਜਿਹੜੇ ਸਾਡੇ ਫੈਸਟੀਵਲ ਨੇ, ਜਿਹੜੇ ਕੰਪੀਟੀਸ਼ਨ ਹੁੰਦੇ ਨੇ, ਪਹਿਲਾਂ ਕਾਲਜ ਤੋਂ ਕਾਲਜ, ਫਿਰ ਕਾਲਜ ਤੋਂ ਯੂਨੀਵਰਸਿਟੀ, ਫਿਰ ਆਪਣੀ ਯੂਨੀਵਰਸਿਟੀ, ਇੱਕ ਵੱਡੇ ਪੱਧਰ ਤੇ ਬਹੁਤ ਕੁਆਲਿਟੀ ਨਿਕਲ ਕੇ ਆਉਂਦੀ ਆ ਨਾਟਕ ਦੀ, ਪਲੇ ਦੀ, ਡਰਾਮੇ ਦੀ। ਹੁਣ ਤੇ ਯੂਨੀਵਰਸਿਟੀਆਂ ਦੇ ਵਿੱਚ ਬਕਾਇਦਾ ਥੀਏਟਰ ਡਿਪਾਰਟਮੈਂਟ ਵੀ ਬਣ ਗਏ ਨੇ, ਔਰ ਕਾਲਜਾਂ ਦੇ ਵਿੱਚ ਵੀ ਹੌਲੀ ਹੌਲੀ ਥੀਏਟਰ ਜਿਹੜਾ ਡਿਪਾਰਟਮੈਂਟ ਆ ਰਿਹਾ। ਕਿਆ ਉਧਰ ਵੀ ਇੱਕ ਪੰਜਾਬ ਯੂਨੀਵਰਸਿਟੀ ਹੈ, ਹੋਰ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ, ਕਿਆ ਉਹਨਾਂ ਤੋਂ ਇਸ ਤਰ੍ਹਾਂ ਦੀ ਹੈ ਕਿ ਜਿਹੜੀ ਕਿ ਉੱਥੋਂ ਸਿਲੇਬਸ ਦੇ ਵਿੱਚ, ਜਾਂ ਪੋਜੀਸ਼ਨ ਕੀ ਹੈ ਕਿ ਉਧਰ ਵੀ ਕਾਲਜ ਥੀਏਟਰ ਜਾਂ ਯੂਨੀਵਰਸਿਟੀ ਥੀਏਟਰ ਹੁੰਦਾ ਹੈਗਾ? ਇਹ ਬਿਲਕੁਲ, ਇੱਥੇ ਵੀ ਉਸੇ ਤਰ੍ਹਾਂ ਹੀ ਕੰਪੀਟੀਸ਼ਨ ਹੁੰਦੇ ਨੇ ਮੁਖਤਲਿਫ ਯੂਨੀਵਰਸਿਟੀਜ਼ ਦੇ, ਕਾਲਜਿਸ ਦੇ। ਪੰਜਾਬ ਯੂਨੀਵਰਸਿਟੀ ਦਾ ਆਪਣਾ, ਹਰ ਯੂਨੀਵਰਸਿਟੀ ਤੇ ਕਾਲਜ ਦੇ ਆਪਣੇ ਆਪਣੇ ਡਰਾਮੈਟਿਕ ਕਲੱਬਸ ਨੇ, ਡਰਾਮਾ ਸੁਸਾਇਟੀਜ਼ ਨੇ। ਜਿਵੇਂ GC ਯੂਨੀਵਰਸਿਟੀ, BNU ਹੈ, ਕਾਫੀ ਜ਼ਿਆਦਾ ਯੂਨੀਵਰਸਿਟੀਆਂ, ਉਹਨਾਂ ਦੇ ਕੰਪੀਟੀਸ਼ਨ ਵੀ ਹੁੰਦੇ ਨੇ। ਫਿਲਮ, ਟੀਵੀ ਐਂਡ ਡਿਗਰੀ ਪੜ੍ਹਾ ਵੀ ਰਹੀ ਹੈ, ਇੱਥੇ ਵੀ ਪੜ੍ਹਾਈ ਜਾਂਦੀ ਹੈ। ਚਲੋ ਸ਼ੁਕਰੀਆ ਕੈਸਰ, ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਤੇ ਬਹੁਤ ਅੱਛਾ ਲੱਗਿਆ। ਸਵਾਲ ਬਹੁਤ ਸਾਰੇ ਨੇ, ਵਕਤ ਹਮੇਸ਼ਾ ਹੀ ਕਹਿੰਦਾ ਹੁੰਦਾ ਯਾਰ ਤੁਹਾਡੇ ਡਰਾਮੇ ਨਹੀਂ ਬੰਦ ਹੁੰਦੇ, ਮੈਂ ਨਹੀਂ ਰੁਕਣਾ ਹੈਗਾ। ਥੈਂਕ ਯੂ ਸੋ ਮਚ, ਮਿਹਰਬਾਨੀ ਕੈਸਰ ਸਾਹਿਬ, ਮਿਹਰਬਾਨੀ ਤੁਹਾਡੀ। ਥੈਂਕ ਯੂ ਜੀ, ਮੇਰੇ ਵੱਲੋਂ ਵੀ ਤੁਹਾਡਾ ਸਪੈਸ਼ਲੀ ਬੋਹੇਮੀਅਨਸ ਦਾ ਤੇ ਗੁਰਵਿੰਦਰ ਸਰ ਦਾ ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ। ਤੇ ਜਿੰਨੀ ਵੀ ਮੇਰੀ ਆਡੀਅנס ਸੀ, ਹੁਣ ਅਸੀਂ ਜਿਨ੍ਹਾਂ ਦੇ ਕਮੈਂਟਸ ਪੜ੍ਹ ਰਹੇ ਸਾਂ, ਬੜੇ ਬੜੇ ਮਹਾਨ ਅਦਾਕਾਰ ਤੇ ਕਲਾਕਾਰਾਂ ਦੇ ਮੈਂ ਕਮੈਂਟਸ ਵੇਖੇ ਨੇ ਆਪ, ਤੇ ਉਹਨਾਂ ਸਾਰਿਆਂ ਦਾ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਕਿ ਉਹਨਾਂ ਨੇ ਐਪਰੀਸ਼ੀਏਟ ਕੀਤਾ। ਥੈਂਕ ਯੂ, ਸ਼ੁਕਰੀਆ। ਇਹ ਸਨ ਲਾਹੌਰੋਂ ਕੈਸਰ ਖਾਨ ਹੋਰੀ, ਜਿਹੜੇ ਥੀਏਟਰਿਸਟ ਸਨ, ਜਿਨ੍ਹਾਂ ਨੇ ਅਜੋਕਾ ਥੀਏਟਰ ਨਾਲ ਜੁੜ ਕੇ ਬਹੁਤ ਸਾਰੀਆਂ ਪੇਸ਼ਕਾਰੀ ਕੀਤੀਆਂ, ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਕੀਤੀਆਂ, ਔਰ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਮੇਰੇ ਰਹਿ ਗਏ ਨੇ, ਕਿਉਂਕਿ ਜਿਹੜਾ ਵਕਤ ਹੈ ਉਹ ਬਹੁਤ ਸਾਨੂੰ ਇਸ਼ਾਰੇ ਕਰਦਾ ਰਹਿੰਦਾ। ਔਰ ਇਹਨਾਂ ਸਵਾਲਾਂ ਦੇ ਵਿੱਚੋਂ ਤੁਸੀਂ ਕੁਝ ਚਰਚਾ ਅਸੀਂ ਕੀਤੀ ਪਹਿਲਾਂ, ਉਹਨਾਂ ਨੇ ਜਿਹੜੇ ਆਪਣੇ ਹਿਸਾਬ ਨਾਲ ਉਸਦੇ ਜਵਾਬ ਦਿੱਤੇ। ਔਰ ਇਹ ਕਿਉਂਕਿ ਲਗਾਤਾਰ ਸਾਡਾ 11ਵਾਂ ਦਿਨ ਹੈ, ਔਰ ਲਾਈਵ ਚੱਲਦਾ, ਵਰਚੁਅਲ ਮੰਚ ਜਿਹੜਾ ਉਹ ਤੁਹਾਡੇ ਰੂਬਰੂ ਹੁੰਦਾ, ਔਰ ਕੱਲ ਜਿਹੜੀ ਅਸੀਂ ਇਸ ਲੜੀ ਦੀ ਅਗਲੀ ਕੜੀ ਲੈ ਕੇ ਆਵਾਂਗੇ, ਉਹਦੇ ਵਿੱਚ
ਕੱਲ ਨੀਲਮ ਮਾਨ ਸਿੰਘ ਹੋਰੀ ਸਾਡੇ ਨਾਲ ਰੂਬਰੂ ਹੋਣਗੇ, ਔਰ ਉਸ ਤੋਂ ਇਲਾਵਾ ਜਿਹੜੀ ਸਾਡੀ ਵਿਚਾਰ ਚਰਚਾ ਜਿਹੜਾ ਸਾਡਾ ਚਰਚਾ ਹੋਏਗਾ ਉਹ ਭੁਪਿੰਦਰ ਉਤਰੇਜਾ ਜੀ ਨਾਲ ਹੋਵਾਂਗੇ, ਔਰ ਜਿਹੜੇ ਸੁਨਹਿਰੀ ਬੋਲ ਨੇ ਉਹ ਨੀਲਮ ਮਾਨ ਸਿੰਘ ਹੋਰੀ ਸਾਨੂੰ ਉਹ ਆਸ਼ੀਰਵਾਦ ਦੇ ਰੂਪ ਚ ਦੇਣਗੇ। ਤੁਹਾਡੇ ਜਿਹੜੇ ਸਵਾਲ ਜਵਾਬ ਹੋਣਗੇ ਉਹ ਸਾਡੇ ਨਾਲ ਤੁਸੀਂ ਫੇਸਬੁੱਕ ਦੇ ਉਦੋਂ ਵਾਲ ਤੇ ਕਰ ਸਕਦੇ ਹੋ, ਔਰ ਉਸ ਤੋਂ ਇਲਾਵਾ ਸਾਨੂੰ ਸੁਜੈਸ਼ਨ, ਸਲਾਹਾਂ, ਮਸ਼ਵਰੇ ਵੀ ਦੇ ਸਕਦੇ ਹੋ। ਵੀ ਮੰਚ ਦੇ ਉੱਤੇ, ਬੋਹੀਮੀਆ ਮੰਚ ਦੇ ਉੱਤੇ ਵੀ ਤੁਸੀਂ ਆਪਣੀ ਜਿਹੜੀਆਂ ਇਸ ਕਿਸਮ ਦੀਆਂ ਇੰਸਟਰਕਸ਼ਨਸ, ਹਦਾਇਤਾਂ ਸਾਨੂੰ ਦੇ ਸਕਦੇ ਹੋ। ਤੁਹਾਡੀਆਂ ਜਿਹੜੀਆਂ ਇਹ ਸਲਾਹਾਂ ਤੇ ਮਸ਼ਵਰੇ ਨੇ ਉਹ ਸਿਰ ਮੱਥੇ ਤੇ ਹੋਣਗੀਆਂ। ਅਸੀਂ ਚਾਈ ਪੜਾਂਗੇ ਔਰ ਉਸ ਤੇ ਅਮਲ ਵੀ ਕਰਾਂਗੇ। ਨੋ ਡਾਊਟ, ਕਿਉਂਕਿ ਲਾਈਵ ਚੱਲਦਾ, ਇਹਦੇ ਚ ਐਡੀਟਿੰਗ ਦੀ, ਕੱਟਣ ਦੀ, ਕੁਛ ਓਲਾ ਰੱਖਣ ਦੀ ਪੋਜੀਸ਼ਨ ਬਿਲਕੁਲ ਵੀ ਨਹੀਂ ਹੁੰਦੀ। ਬਹੁਤ ਸਾਰੀਆਂ ਗੜਬੜਾਂ ਮੇਰੇ ਵਰਗੇ ਜਿਹੜੇ ਨਲਾਇਕ ਐਂਕਰ ਨੇ ਜਾਂ ਕੁਛ ਇਹ ਵਾਈਫਾਈ ਨੈਟਵਰਕ ਦੀ ਜਿਹੜੀ ਨਲਾਇਕੀ ਆ ਉਹ ਵੀ ਸਾਹਮਣੇ ਆ ਜਾਂਦੀ ਹੈ। ਔਰ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਦਰਿਆ ਦਿਲੀ ਨਾਲ, ਵੱਡੇ ਦਿਲ ਨਾਲ ਸਾਨੂੰ ਇਹਨਾਂ ਗੱਲਾਂ ਤੋਂ ਓਲੇ ਰੱਖ ਕੇ ਜਿਹੜੀਆਂ ਇਹਦੇ ਵਿੱਚ ਅੱਛੀਆਂ ਚੀਜ਼ਾਂ ਨੇ, ਪੋਜ਼ਿਟਿਵ ਚੀਜ਼ਾਂ ਨੇ, ਸਕਾਰਾਤਮਕ ਚੀਜ਼ਾਂ ਨੇ, ਉਹ ਤੁਸੀਂ ਲਾਜ਼ਮੀ ਤੌਰ ਤੇ ਦੇਖੋਗੇ ਤੇ ਸਾਨੂੰ ਐਪਰੀਸ਼ੀਏਟ ਕਰੋਗੇ। ਸਾਡੀ ਇਸ ਪੂਰੀ ਬੋਹੇਮੀਆ ਮੰਚ ਦੀ ਜਿਹੜੀ ਆ ਉਸ ਟੀਮ ਨੂੰ ਐਪਰੀਸ਼ੀਏਟ ਕਰੋਗੇ, ਔਰ ਤੁਹਾਡੀ ਹੱਲਾਸ਼ੇਰੀ ਦੀ ਜਿਹੜੀ ਹੈਗੀ ਆ ਉਹ ਸਾਨੂੰ ਉਮੀਦ ਰਹੇਗੀ, ਔਰ ਉਸ ਉਮੀਦ ਦੇ ਉੱਤੇ ਹੀ ਅਸੀਂ ਅਗਲੇ ਤੋਂ ਅਗਲੇ ਦਿਨ ਹੋਰ ਬੈਸਟ, ਹੋਰ ਬੈਟਰ, ਹੋਰ ਅੱਛਾ ਕਰਾਂਗੇ। ਇਹ ਮੈਂ ਯਕੀਨ ਤੁਸੀਂ ਮੇਰੀਆਂ ਗੱਲਾਂ ਵੀ ਬਰਦਾਸ਼ਤ ਕੀਤੀਆਂ, ਔਰ ਕੈਸਰ ਸਾਹਿਬ ਹੋਰਾਂ ਨੇ ਜਿਹੜੇ ਲਾਹੌਰੋਂ ਆਏ ਸੀ, ਮਾਸ਼ਾਅੱਲਾ, ਮੈਨੂੰ ਪਤਾ ਨਹੀਂ ਕਿਉਂ ਚਾਹ ਚੜ ਜਾਂਦਾ ਜਦੋਂ ਕੋਈ ਉੱਧਰੋਂ ਆਉਂਦਾ ਵੀ ਇੱਕ ਪੰਜਾਬੀ ਭਰਾ ਆ ਔਰ ਯਾਰ ਉਹਦੇ ਨਾਲ ਖੁੱਲ ਕੇ ਗੱਲਾਂ ਕਰਾਂਗੇ। ਲੇਕਿਨ ਖੁੱਲ ਕੇ ਗੱਲਾਂ ਕਰਨ ਦੀ ਵੀ ਇੱਕ ਸੀਮਾ ਹੁੰਦੀ ਆ ਇਸ ਵਰਚੁਅਲ ਆਨਲਾਈਨ ਮੰਚ ਦੇ ਉੱਤੇ। ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਸਾਨੂੰ ਕੁਝ ਗਲਤੀਆਂ ਲਈ ਮਾਫ ਕਰੋਗੇ। ਥੈਂਕ ਯੂ ਸੋ ਮਚ, ਮਿਹਰਬਾਨੀ। ਤੁਸੀਂ ਅੱਜ ਦਾ ਇਹ ਐਪੀਸੋਡ ਦੇਖਿਆ। ਕੱਲ ਅਸੀਂ ਕਿਸੇ ਹੋਰ ਕਲਾਕਾਰ ਨਾਲ ਮਿਲਾਂਗੇ, ਕਿਸੇ ਹੋਰ ਜਿਹੜਾ ਪ੍ਰੈਜ਼ੈਂਟਰ ਹੋਏਗਾ। ਥੈਂਕ ਯੂ ਸੋ ਮਚ। ਜਿਉਂਦੇ ਰਹੋ, ਵਸਦੇ ਰਹੋ। ਜੈ ਮੰਚ, ਜੈ ਪੰਜਾਬ। ਰੱਬ ਰਾਖਾ। ਸੂਰਤ ਨਹੀਂ ਬਦਲਦੀ ਹੰਗਾਮਿਆਂ ਦੇ ਨਾਲ, ਨਾ ਨਾਰਿਆਂ ਦੇ ਨਾਲ, ਨਾ ਬਹਾਨਿਆਂ ਦੇ ਨਾਲ। ਸੂਰਤ ਨਹੀਂ ਬਦਲਦੀ ਹੰਗਾਮਿਆਂ ਦੇ ਨਾਲ, ਨਾ ਨਾਰਿਆਂ ਦੇ ਨਾਲ, ਨਾ ਬਹਾਨਿਆਂ ਦੇ ਨਾਲ। ਹਾਲਾਤ ਨੇ ਬਦਲਦੇ, ਹਾਲਾਤ ਨੇ ਬਦਲਦੇ ਕੁਰਬਾਨੀਆਂ ਦੇ ਨਾਲ, ਕੁਰਬਾਨੀਆਂ ਦੇ ਨਾਲ ਤੇ ਪਰਵਾਨਿਆਂ ਦੇ ਨਾਲ। ਹਾਲਾਤ ਨੇ ਬਦਲਦੇ ਕੁਰਬਾਨੀਆਂ ਦੇ ਨਾਲ, ਕੁਰਬਾਨੀਆਂ ਦੇ ਨਾਲ ਤੇ ਪਰਵਾਨਿਆਂ ਦੇ ਨਾਲ। ਸੂਰਤ ਨਹੀਂ ਬਦਲਦੀ, ਸੂਰਤ ਨਹੀਂ ਬਦਲਦੀ ਹੰਗਾਮਿਆਂ ਦੇ ਨਾਲ, ਨਾ ਨਾਰਿਆਂ ਦੇ ਨਾਲ, ਨਾ ਬਹਾਨਿਆਂ ਦੇ ਨਾਲ। ਹਾਲਾਤ ਨੇ ਬਦਲਦੇ ਕੁਰਬਾਨੀਆਂ ਦੇ ਨਾਲ।